ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਚੌਥਾ। ਹਉ ਗੁਰ ਬਿਨ ਖਰੀ ਨਿਮਾਣੀ ਰਾਮ। ਜਗ ਜੀਵਨ ਦਾਤਾ ਗੁਰ ਮੇਲ ਸਮਾਣੀ ਰਾਮ। ਹਉ ਗੁਰ ਬਿਨ ਖਰੀ ਨਿਮਾਣੀ ਰਾਮ। ਜਗ ਜੀਵਨ ਦਾਤਾ ਗੁਰ ਮੇਲ ਸਮਾਣੀ ਰਾਮ। ਸਤਿਗੁਰ ਮੇਲ ਹਰੇ ਨਾਮ ਸਮਾਣੀ। ਜਪ ਹਰ ਹਰ ਨਾਮ ਧਿਆਇਆ। ਜਿਸ ਕਾਰਣ ਹਉ ਢੂੰਢੇਂਦੀ ਸੋ ਸੱਜਣ ਹਰ ਘਰ ਪਾਇਆ। ਏਕ ਦ੍ਰਿਸ਼ਟ ਹਰ ਏਕੋ ਜਾਤਾ। ਹਰ ਆਤਮ ਰਾਮ ਪਛਾਣੀ। ਹਉ ਗੁਰ ਬਿਨ ਖਰੀ ਨਿਮਾਣੀ। ਏਕ ਦ੍ਰਿਸ਼ਟ ਹਰ ਏਕੋ ਜਾਤਾ। ਹਰ ਆਤਮ ਰਾਮ ਪਛਾਣੀ। ਹਉ ਗੁਰ ਬਿਨ ਖਰੀ ਨਿਮਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੋਲ੍ਹਿਆ ਤੇ ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਏ। ਉਹ ਉਪਦੇਸ਼ ਸਾਡੇ ਵਾਸਤੇ ਜੀਵਨ ਦੀ ਜੁਗਤ ਵੀ ਹੈ, ਹੁਕਮ ਵੀ ਹੈ ਤੇ ਨਾਲ ਹੀ ਨਾਲ ਗਿਆਨ ਵੀ ਹੈ। ਤੇ ਅੱਜ ਮਹਾਰਾਜ ਨੇ ਸੋਝੀ ਬਖਸ਼ੀ ਹੈ ਨਾ, ਹਰ ਬਿਸਰਤ ਸਦਾ ਖੁਆਰੀ। ਤਾਂ ਕੋ ਧੋਖਾ ਕਹਾਂ ਵਿਆਪੈ,
ਜਾਂ ਕੋ ਓਟ ਤੁਹਾਰੀ। ਦੋ ਗੱਲਾਂ ਬੜੇ ਵੱਡੇ ਪੱਧਰ 'ਤੇ ਮਹਾਰਾਜ ਨੇ ਕੀਤੀਆਂ ਨੇ। ਜਿਹੜੇ ਪ੍ਰਮਾਤਮਾ ਦਾ ਨਾਮ ਭੁੱਲ ਜਾਂਦੇ ਨੇ, ਵਿਸਾਰ ਦਿੰਦੇ ਨੇ, ਉਹੀ ਖੁਆਰ ਹੁੰਦੇ ਨੇ। ਅਸੀਂ ਕਦੇ ਕਦੇ ਖੁਆਰ ਸ਼ਬਦ ਪੜ੍ਹਦੇ ਨਾ, ਅਰਦਾਸ ਖੁਆਰ ਹੋਏ ਸਭ ਮਿਲਣਗੇ। ਖੁਆਰ ਦਾ ਮਤਲਬ ਹੁੰਦਾ ਘੱਟੇ ਕੌਡੀਆਂ 'ਚ ਮਿਲ ਜਾਣਾ। ਜਿਸ ਬੰਦੇ ਦੇ ਪੱਲੇ ਕੁਛ ਨਾ ਰਹੇ, ਅਸੀਂ ਕਹਿੰਦੇ ਖੁਆਰ ਹੋ ਗਿਆ। ਇਹ ਕਿਉਂ ਹੁੰਦਾ ਆ? ਗਾਹੇ ਬਗਾਹੇ ਅਸੀਂ ਸੰਸਾਰ ਦੇ ਵਿੱਚ ਆਪਣੇ ਸੰਬੰਧੀਆਂ ਦੇ ਵਿੱਚੋਂ ਕਈ ਵਾਰ ਅਗਿਆਤ ਬਾਜ਼ਾਰ 'ਚੋਂ ਦੇਖਦੇ ਨਾ, ਕੁਝ ਬੰਦੇ ਖੁਆਰ ਹੁੰਦੇ ਨੇ। ਚੰਗੇ ਵਧੀਆ ਕਾਰੋਬਾਰ ਵਿਹਾਰ ਸਭ ਕੁਝ ਠੀਕ ਠਾਕ ਹੁੰਦਾ ਹੈ, ਪਰ ਕੁਝ ਸਮਿਆਂ ਦੇ ਵਿੱਚ ਹੀ ਖੁਆਰ ਹੋ ਜਾਂਦੇ ਨੇ। ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਹੋਏ ਲੋਕ ਘੋਟੇ ਕੌਡੀਆਂ 'ਚ ਰਲ ਜਾਂਦੇ ਨੇ। ਕਿਉਂ ਭਲਾ? ਦੁਨੀਆ ਆਪਣੇ ਆਪਣੇ ਕਾਰਨ ਜੱਸੀ ਹੋਏਗੀ। ਦੁਨੀਆ ਦਾ ਸੁਭਾਅ ਹੈ ਗਿਆਨੀਆਂ ਦਾ, ਉਹ ਆਲੋਚਨਾ ਅਤੇ ਵਿਸ਼ਲੇਸ਼ਣ ਕਰਦੇ ਰਹਿੰਦੇ ਨੇ। ਉਹ ਜ਼ਰੂਰੀ ਹੈ ਤਾਂ ਕਿ ਅਸੀਂ ਉਹਨਾਂ ਆਲੋਚਨਾਵਾਂ ਤੋਂ ਅਤੇ ਵਿਸ਼ਲੇਸ਼ਣ ਤੋਂ ਕਮ ਸੇ ਕਮ ਆਪਣਾ ਦੁਨਿਆਵੀ ਰਾਹ 'ਤੇ ਦੇਖ ਸਕੀਏ। ਪਰ ਜਿਹੜੇ ਅਭਿਆਸੀ ਗਿਆਨੀ ਨੇ, ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਪਿਆਰੇ, ਉਹ ਕਹਿੰਦੇ ਨੇ ਇਹਦਾ ਵੱਡਾ ਮੂਲ ਕਾਰਨ ਪ੍ਰਮਾਤਮਾ ਨੂੰ ਭੁੱਲਣਾ ਸੀ। ਭਾਵੇਂ ਉਹ ਦਿਖਾਵੇ ਦੇ ਵਿੱਚ ਕਈ ਐਸੇ ਪੂਜਾ ਪਾਠ ਕਰਮ ਧਰਮ ਕਰ ਰਹੇ ਹੋਣਗੇ, ਪਰ ਅਸਲੀਅਤ ਵਿੱਚ ਜੋ ਪ੍ਰਮਾਤਮਾ ਤੋਂ ਟੁੱਟਦੇ ਨੇ ਨਾ, ਅਤੇ ਉਹਦਾ ਨਤੀਜਾ ਸੁੱਕਣਾ ਹੁੰਦਾ। ਜਿਵੇਂ ਕੋਈ ਡਾਲੀ, ਜਿਹਨੂੰ ਪੰਜਾਬੀ 'ਚ ਆਪਾਂ ਟਾਹਣੀ ਕਹਿੰਦੇ ਹਾਂ, ਕੋਈ ਟਾਹਣੀ ਰੁੱਖ ਤੋਂ ਟੁੱਟ ਗਈ, ਕਿੰਨਾ ਕੁ ਚਿਰ ਹਰੀ ਰਹੇਗੀ? ਬਸ ਇਹੀ ਕਾਰਨ ਹੈ। ਹੁਣ ਜਿਤਨਾ ਕੁ ਉਹਦਾ ਆਕਾਰ, ਉਹਦਾ ਵਡੱਪਣ ਹੈ, ਠੀਕ ਆ, ਓਨੇ ਕੁ ਦਿਨ, ਓਨੇ ਕੁ ਘੰਟੇ, ਓਨਾ ਕੁ ਹੋ ਸਕਦਾ। ਕੋਈ ਮਹੀਨਾ, ਡੇਢ ਦੋ ਮਹੀਨਾ ਟਾਹਣੀਆਂ ਹਰੀਆਂ ਰਹਿੰਦੀਆਂ ਨੇ। ਜੰਗਲਾਂ 'ਚ ਵੇਖੇ ਆ ਵੱਡੇ ਰੁੱਖ ਜਦੋਂ ਤੂਫਾਨ 'ਚ ਟੁੱਟਦੇ ਨੇ, ਅਤੇ ਕੁਛ ਥਾਂ ਐਸੇ ਦੇਖੇ ਨੇ ਸਾਲ ਸਾਲ ਭਾਰੋ ਟਾਹਣ ਹਰੇ ਰਹਿੰਦੇ ਨੇ। ਉਹਨਾਂ ਨੂੰ ਮਾੜੇ ਮਾੜੇ ਫੁੱਲ ਵੀ ਖਿੜਦੇ ਨੇ, ਫਲ ਵੀ ਲੱਗ ਜਾਂਦੇ ਨੇ, ਪਰ ਉਹਨਾਂ 'ਚ ਨਾ ਤਾਂ ਸੁਹਜ ਹੁੰਦਾ ਫੁੱਲਾਂ 'ਚ, ਅਤੇ ਨਾ ਫਲਾਂ ਦੇ ਵਿੱਚ ਮਿਠਾਸ ਅਤੇ ਨਾ ਰਸ। ਹੌਲੀ ਹੌਲੀ ਉਹਨਾਂ ਨੂੰ ਸੁੱਕਣਾ ਹੀ ਪੈਂਦਾ ਹੈ, ਕਿਉਂਕਿ ਜਿਹੜਾ ਵੀ ਆਪਣੇ ਮੂਲ ਤੋਂ ਟੁੱਟ ਜਾਂਦਾ ਹੈ, ਉਸ ਨੂੰ ਸੜਨਾ ਪੈਣਾ ਹੈ। ਭਾਵੇਂ ਉਸ 2 ਸਾਲ ਬਾਅਦ ਸੜ ਜੇ, ਭਾਵੇਂ 100 ਸਾਲ ਬਾਅਦ ਸੜੇ। ਅਲਟੀਮੇਟ ਜਿਹੜੀ ਵੀ ਟਾਹਣੀ ਲੱਕੜ ਦਾ ਰੂਪ ਧਾਰਨ ਕਰ ਗਈ ਹੈ, ਰੁੱਖ ਤੋਂ ਟੁੱਟ ਗਈ ਹੈ, ਭਾਵੇਂ ਵਧੀਆ ਫਰਨੀਚਰ ਬਣਾ ਕੇ ਤੁਸੀਂ ਉਹਨਾਂ ਨੂੰ ਕਿਸੇ ਪੂਜਾ ਦੇ ਕੇਂਦਰ 'ਤੇ ਟੰਗ ਦਿੱਤਾ ਹੈ, ਅਤੇ ਭਾਵੇਂ 100 ਸਾਲ ਉਹਨੂੰ ਉੱਥੇ ਰੱਖ ਲਓ, 200 ਸਾਲ ਰੱਖੋ, ਅਖੀਰ 'ਤੇ ਇਸ ਲੱਕੜ ਨੇ ਫਿਰ ਕਿੱਥੇ ਜਾਣਾ ਹੈ? ਸੜਨਾ ਹੀ ਹੈ, ਨਹੀਂ ਤਾਂ ਗਲ ਜਾਏਗੀ। ਦੋ ਹੀ ਕੰਮ ਨੇ। ਜੜ ਤੋਂ ਟੁੱਟੇ ਹੋਏ ਵਾਸਤੇ ਦੋ ਹੀ ਪੱਖ ਬਾਕੀ ਬਚਦੇ ਨੇ, ਸੜਨਾ ਅਤੇ ਗਲਣਾ। ਜੇ ਰੁੱਖਾਂ ਵਾਸਤੇ ਇਹ ਸੰਭਾਵਿਤ ਨਿਰਧਾਰਿਤ ਹੈ ਨਾ, ਅਤੇ ਸਾਡੇ ਵਾਸਤੇ ਵੀ ਇਹੀ ਹੈ। ਉਸ ਕਰਤਾ ਪੁਰਖ ਮੁੱਢ ਤੋਂ ਟੁੱਟ ਗਏ ਅਤੇ ਖੁਆਰ ਹੋਵਾਂਗੇ। ਹਾਂ, ਸਾਡੇ ਵਾਸਤੇ ਇੱਕ ਸੰਭਾਵਨਾ ਮਹਾਰਾਜ ਨੇ ਇੱਕ ਦਰਵਾਜ਼ਾ ਖੋਲ੍ਹ ਦਿੱਤਾ ਹੈ, ਜੋ ਵਾਪਸ ਆ ਜਾਏ। ਖੁਆਰ ਹੋਏ ਸਭ ਮਿਲਣਗੇ, ਇਹ ਪੜ੍ਹਦੇ ਨਾ ਅਸੀਂ, ਭਈ ਟੁੱਟ ਗਿਆ, ਖੁਆਰ ਵੀ ਹੋ ਗਿਆ, ਪਰ ਅਜੇ ਸੜਿਆ ਗਲਿਆ ਨਹੀਂ, ਅਤੇ ਵਾਪਸ ਆ ਸਕਦਾ ਹੈ। ਇਹ ਮੇਰੇ ਸਤਿਗੁਰ ਦਾ ਸੁਭਾਅ ਹੈ। ਜਿਹੜਾ ਵਾਪਸ ਆ ਜਾਂਦਾ ਉਹਨੂੰ ਫਿਰ ਕੰਠ ਲਾ ਲੈਂਦੇ ਨੇ। ਐਸੇ ਬਹੁਤ ਸਾਰੇ ਦ੍ਰਿਸ਼ਟਾਂਤ ਸਾਡੇ ਕੋਲ ਨੇ। ਅੱਜ ਮਹਾਰਾਜ ਨੇ ਸਾਨੂੰ ਇਹ ਗੱਲ ਚੇਤਾ ਕਰਾਇਆ ਵੀ ਆਪਣੇ ਮੁੱਢ ਤੋਂ, ਅਸਲੇ ਤੋਂ ਟੁੱਟ ਨਾ ਜਾਇਓ। ਨਿੱਕੀਆਂ ਮੋਟੀਆਂ ਗਲਤੀਆਂ ਹੋਣਾ, ਭੁੱਲਾਂ ਹੋ ਜਾਣੇ, ਇਹ ਹਰ ਸਧਾਰਨ ਬੱਚੇ ਦਾ ਸੁਭਾਅ ਹੈ। ਮਨੁੱਖ ਹਾਂ ਭੁੱਲਾਂ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ, ਉਹ ਹੋਰ ਗੱਲ ਹੈ। ਯਾਦ ਰੱਖਣਾ, ਗਲਤੀ ਅਤੇ ਭੁੱਲ ਤੋੜਦੀ ਨਹੀਂ ਹੈ, ਤੋੜਦਾ ਮਨੁੱਖ ਦਾ ਮਨ ਹੈ। ਗਲਤੀ ਹੋ ਗਈ, ਅਕਸਰ ਅਸੀਂ ਅਭਿਆਸੀਆਂ ਦੀ ਸੰਗਤ 'ਚ ਰਹਿ ਕੇ ਦੇਖਿਆ ਹੈ, ਸਗੋਂ ਜਿਸ ਦਿਨ ਗਲਤੀ ਹੋ ਜਾਏ ਨਾ, ਭੁੱਲ ਹੋ ਜਾਏ, ਅਗਲੇ ਕੁਝ ਦਿਨ ਉਸ ਵਿਅਕਤੀ ਦੇ ਗਹਿਰੇ ਜੁੜਾਵ ਦੇ ਹੁੰਦੇ ਨੇ। ਉਹ ਜ਼ਿਆਦਾ ਵੈਰਾਗ ਅਤੇ ਪਛਤਾਵੇ 'ਚ ਹੁੰਦਾ, ਮਹਾਰਾਜ ਭੁੱਲ ਹੋ ਗਈ, ਖਿਮਾ ਕਰ ਦਿਓ। ਸਗੋਂ ਉਹ ਬਹੁਤਾ ਜਾਪ ਕਰਦਾ, ਬਹੁਤੀ ਗਹਿਰਾਈ ਲੈ ਲੈਂਦਾ ਹੈ। ਅਤੇ ਗੁਰੂਦੇਵ ਕਿਰਪਾ ਕਰਨ ਅਸੀਂ ਆਪਣੀ ਗਲਤੀਆਂ ਤੋਂ ਸਿੱਖ ਸਕੀਏ, ਗਲਤੀਆਂ ਨੂੰ ਗਿਆਨ ਵਿੱਚ ਬਦਲ ਸਕੀਏ, ਅਤੇ ਫਿਰ ਉੱਥੇ ਪਹੁੰਚ ਜਾਈਏ ਜਿੱਥੇ ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ।
ਅਸੀਂ ਸੱਚੇ ਪਾਤਸ਼ਾਹ ਦੀ ਓਟ 'ਚ ਰਹੀਏ, ਫਿਰ ਦੁਨੀਆ ਦਾ ਕੋਈ ਧੋਖਾ ਸਾਨੂੰ ਨਹੀਂ ਵਿਆਪੇਗਾ। ਅਤੇ ਧੋਖੇ ਦਾ ਮਤਲਬ ਹੁੰਦਾ ਭਰਮ ਭੁਲੇਖਾ। ਫਿਰ ਕਿਸੇ ਪ੍ਰਕਾਰ ਦਾ ਕੋਈ ਭਰਮ ਕੋਈ ਭੁਲੇਖਾ ਸਾਨੂੰ ਨਹੀਂ ਤੋੜ ਪਾਏਗਾ, ਨਹੀਂ ਡਿਗਾ ਪਾਏਗਾ। ਗੁਰਦੇਵ ਕਿਰਪਾ ਕਰਨ। ਪਰ ਸਾਡੇ ਮਨ ਵਿੱਚ ਇੱਕ ਵਿਚਾਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਕੀ ਚਾਹੀਦਾ ਹੈ, ਕਿਉਂਕਿ ਕਦੇ ਕਦੇ ਅਸੀਂ ਪੁੱਛ ਲੈਂਦੇ ਹੁੰਦੇ ਹਾਂ ਵੀ ਇੱਥੇ ਜਾਣ ਵਾਸਤੇ ਕੀ ਕਰਨਾ ਪਏਗਾ। ਜਿਵੇਂ ਕਿਸੇ ਦੂਰ ਜਾਣਾ ਤੇ ਪੁੱਛਦੇ ਨੇ ਕਿਹੜੀ ਬੱਸ ਜਾਂਦੀ ਹੈ ਭਾਈ, ਕਿਹੜੀ ਗੱਡੀ ਜਾਂਦੀ, ਸਾਧਨ ਕੀ ਉੱਥੇ ਪਹੁੰਚਣ ਦਾ। ਅਤੇ ਅਗਲਾ ਦੱਸ ਦਿੰਦਾ ਹੈ ਭਾਈ ਉੱਥੇ ਬੱਸ ਮਿਲੇਗੀ, ਗੱਡੀ ਮਿਲੇਗੀ। ਹੋ ਸਕਦਾ ਉੱਥੇ ਕੋਈ ਰੇਲਵੇ ਸਟੇਸ਼ਨ ਨਾ ਹੋਵੇ, ਕੋਈ ਵਧੀਆ ਬੱਸ ਨਾ ਜਾਂਦੀ ਹੋਵੇ, ਹੋ ਸਕਦਾ ਕੋਈ ਤਾਂ ਸਾਧਨ ਹੋਏਗਾ ਹੀ ਨਾ। ਇਸੇ ਤਰ੍ਹਾਂ ਇਸ ਮੁਕਾਮ 'ਤੇ ਜਿੱਥੇ ਧੋਖਾ ਨਹੀਂ ਵਿਆਪਦਾ, ਜਿੱਥੇ ਓਟ ਮਿਲ ਜਾਂਦੀ ਹੈ, ਉੱਥੇ ਪਹੁੰਚਣ ਲਈ ਕੋਈ ਸਾਧਨ ਤਾਂ ਹੋਏਗਾ ਨਾ, ਕੋਈ ਤਾਂ ਤਰੀਕਾ ਹੋਏਗਾ ਨਾ। ਅਤੇ ਉਹ ਤਰੀਕੇ ਲੱਭਦੇ ਨੇ ਫਿਰ ਬਾਣੀ ਵਿੱਚੋਂ। ਅੱਜ ਆਪਾਂ ਲੜੀਵਾਰ ਵਿਆਖਿਆ ਕਰਦੇ ਹਾਂ, ਇਹ ਅਗਲਾ ਪੜਾਅ ਹੁੰਦਾ ਹੈ। ਇਸ 'ਤੇ ਫਿਰ ਅਗਲੇ ਤਰੀਕਾ ਕੀ ਅਪਣਾਈਏ? ਮਹਾਰਾਜ ਕਹਿੰਦੇ ਮੈਂ ਤਰੀਕਾ ਮੈਂ ਦੱਸ ਦੇਣਾ, ਅਤੇ ਉਹ ਤਰੀਕੇ ਨੂੰ ਆਪਣੇ 'ਤੇ ਢਾਲ ਕੇ ਵਰਤਾਇਆ। ਬੇਨਤੀ ਕਰਾਂ, ਹਾਲਾਂਕਿ ਮਹਾਰਾਜ ਵਾਸਤੇ ਨਹੀਂ ਹੁੰਦੇ, ਪਰ ਮਹਾਰਾਜ ਜਿਹੋ ਜਿਹੇ ਅਰਦਾਸ ਅਤੇ ਬੈਰਾਗ ਦੇ ਸ਼ਬਦ ਹੁੰਦੇ ਨੇ, ਖਾਸ ਕਰਕੇ ਸੰਤਾਂ ਦੇ ਵਿੱਚ, ਉਹ ਬੈਰਾਗੀ ਜਿਉੜਿਆਂ ਦਾ ਦਰਸ਼ਨ ਹੁੰਦਾ ਹੈ ਅਤੇ ਸਾਡੇ ਲਈ ਇੱਕ ਰਾਹ ਹੁੰਦਾ ਹੈ, ਰਹਿਨੁਮਾਈ, ਕਿ ਤੁਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਇਸ ਮੁਕਾਮ 'ਤੇ ਲੈ ਕੇ ਜਾਓ। ਭਾਈ ਇਹ ਅਵਸਥਾ ਤੁਹਾਡੇ ਵਿੱਚ ਪ੍ਰਗਟ ਹੋਈ ਕਿ ਨਹੀਂ, ਅਤੇ ਜੇ ਨਾ ਪ੍ਰਗਟ ਹੋਏ ਤਾਂ ਬੇਨਤੀ ਕਰੋ ਮਹਾਰਾਜ ਕਿਰਪਾ ਕਰੋ ਨਾ ਮੈਨੂੰ ਵੀ ਰਸ ਮਿਲੇ। ਅਤੇ ਉਹ ਅਭਿਆਸੀਆਂ ਦਾ ਜੀਵਨ ਦਰਸ਼ਨ ਕੈਸਾ ਹੈ ਜਿਨ੍ਹਾਂ ਨੇ ਇਹ ਮੁਕਾਮ ਹਾਸਲ ਕੀਤੇ ਨੇ, ਅਤੇ ਉਹਨਾਂ ਦਾ ਮੁਕਾਮ ਹਾਸਲ ਕਰਨ ਤੋਂ ਪਹਿਲਾਂ ਕੀ ਸੀ, ਇਹਦਾ ਦਰਸ਼ਨ ਮਹਾਰਾਜ ਚੌਥੇ ਪਾਤਸ਼ਾਹ ਸਾਹਿਬ ਜੀ ਕਰਵਾਉਂਦੇ ਨੇ। ਕਹਿਣ ਲੱਗੇ ਹਾਉ ਗੁਰ ਬਿਨ, ਹਾਉ ਗੁਰ ਬਿਨ ਖਰੀ ਨਿਮਾਣੀ ਰਾਮ। ਰਾਮ ਇੱਥੇ ਸੰਬੋਧਨ ਵਾਚਕ ਅਤੇ ਤੁਕਾਂਤ ਪੂਰਕ ਹੁੰਦਾ ਹੈ। ਸੰਤਾਂ ਦਾ ਇੱਕ ਆਪਣਾ ਰਸ ਹੁੰਦਾ ਹੈ, ਇੱਕ ਆਪਣਾ ਬਹਾਵ ਹੁੰਦਾ ਹੈ, ਇੱਕ ਗਾਇਕੀ ਲਈ ਅੰਦਾਜ਼ ਵੱਖਰਾ ਹੁੰਦਾ ਹੈ। ਗੁਰੂ ਤੋਂ ਬਿਨਾਂ ਮੈਂ ਨਿਮਾਣੀ ਹਾਂ। ਅਤੇ ਨਿਮਾਣੀ ਕਿਹੋ ਜਿਹੀ? ਖਰੀ ਨਿਮਾਣੀ। ਖਰੀ ਨਿਮਾਣੀ ਦਾ ਮਤਲਬ ਬਹੁਤ ਹੀ ਨਿਮਾਣੀ। ਮੇਰੇ ਵਰਗਾ ਨਿਰਮਾਣ ਹੀ ਕੋਈ ਨਹੀਂ। ਨਿਮਾਣਾ ਜਿਹਦਾ ਕੋਈ ਆਸਰਾ ਨਹੀਂ, ਕੋਈ ਤਾਣ ਨਹੀਂ, ਕੋਈ ਤਾਕਤ ਨਹੀਂ, ਲਾਚਾਰ ਅਤੇ ਬੇਬਸ ਹਾਂ। ਕਿਉਂ ਬੇਬਸ ਹੈ ਤੂੰ ਇਤਨਾ ਲਾਚਾਰ ਅਤੇ ਬੇਬਸ ਕਿਉਂ ਹੈ? ਕਹਿਣ ਲੱਗੇ ਇਸ ਕਰਕੇ ਕਿ ਮੈਨੂੰ ਗੁਰੂ ਦਾ ਪੱਲਾ ਨਹੀਂ ਮਿਲਿਆ। ਇਹ ਨਹੀਂ ਕਿ ਦੁਨੀਆ 'ਚ ਮੇਰੇ ਕੋਲ ਕੁਛ ਨਹੀਂ ਗਾ। ਯਾਦ ਰੱਖਣਾ, ਸੰਸਾਰ ਕਿਤੇ ਵਿਆਖਿਆਵਾਂ ਨਹੀਂ ਗੀਆਂ। ਅਸੀਂ ਕਦੇ ਕਦੇ ਸੰਸਾਰ 'ਚ ਕੁਝ ਲੋਕਾਂ ਨੂੰ ਬੇਬਸ ਦੇਖਦੇ ਹਾਂ। ਸੰਸਾਰ ਵਿੱਚ ਕੁਝ ਲੋਕ ਲਾਚਾਰ ਹੋਣਗੇ। ਅਸੀਂ ਇੱਥੇ ਸੰਸਾਰ ਦੀਆਂ ਲਾਚਾਰੀਆਂ ਅਤੇ ਬੇਬਸੀਆਂ ਦਾ ਜ਼ਿਕਰ ਨਹੀਂ ਕਰ ਰਹੇ, ਕਿਉਂਕਿ ਉਹ ਲਾਚਾਰੀਆਂ ਅਤੇ ਉਹ ਬੇਬਸੀਆਂ ਇਸ 'ਤੇ ਅਪੋਜ਼ਿਟ ਹੁੰਦੀਆਂ ਨੇ। ਜੇ ਇਹ ਚੀਜ਼ਾਂ ਨਾ ਮਿਲੀਆਂ ਤਾਂ ਸ਼ਾਇਦ ਫਿਰ ਉਹ 'ਤੇ ਮਿਲ ਹੀ ਜਾਣਗੀਆਂ। ਜੇ ਇੱਧਰੋਂ ਪੱਲਾ ਨਾ ਮਿਲਿਆ, ਇੱਧਰੋਂ ਸਹਾਰਾ ਨਾ ਮਿਲਿਆ, ਅਤੇ ਫਿਰ ਲਾਚਾਰੀਆਂ ਬੇਬਸੀਆਂ 'ਤੇ ਹੈ ਹੀ ਨਹੀਂ। ਜਿਵੇਂ ਅਸੀਂ ਕਹਿੰਦੇ ਹਾਂ, ਜੇ ਭਾਈ ਤਰੇ ਨਾ ਤਾਂ ਡੁੱਬ 'ਤੇ ਜਾਣਾ ਹੀ ਹੈ ਨਾ। ਫਿਰ ਜਿਹੜਾ ਕੋਈ ਵਿਅਕਤੀ ਕਿਸੇ ਕਾਰਨ ਬਹਾਵ 'ਚ ਦਰਿਆ 'ਚ ਡਿੱਗ ਪਿਆ ਹੈ, ਜੇ ਕੋਈ ਤਾਰਨਹਾਰ ਨਾ ਮਿਲਿਆ, ਕੋਈ ਸਾਧਨ ਸਹਾਰਾ ਨਾ ਬਣਿਆ, ਡੁੱਬ ਜਾਣਾ ਤਾਂ ਫਿਰ ਨਿਸ਼ਚਿੰਤ ਹੈ ਨਾ, ਨਿਸ਼ਚਿਤ ਹੈ ਡੁੱਬ ਜਾਏਗਾ। ਇਸੇ ਤਰ੍ਹਾਂ ਜੇ ਗੁਰੂ ਕਾ ਪੱਲਾ ਨਾ ਮਿਲਿਆ, ਗੁਰੂ ਕੀ ਓਟ ਨਾ ਮਿਲੀ ਨਿਮਾਣ, ਤੇ ਫਿਰ ਡੁੱਬ ਜਾਣਾ ਤੇ ਪੱਕਾ ਹੈ। ਅੱਜ ਕਹਿਣ ਲੱਗੇ ਇਸ ਕਰਕੇ ਮੈਂ ਲਾਚਾਰ ਹਾਂ, ਮੇਰਾ ਬਸ ਨਹੀਂ ਚੱਲ ਰਿਹਾ। ਮੈਂ ਸੰਸਾਰ ਦੇ ਜਿਸ ਮੁਕਾਮ 'ਤੇ ਹਾਂ, ਕਿੱਥੇ ਹੋ ਜੀ? ਇਹਦਾ ਦਰਸ਼ਨ ਇੱਕ ਤਾਂ ਮਹਾਰਾਜ ਨੇ ਕਰਾਇਆ ਹੈ। ਆ ਕਦੇ ਕਦੇ ਅਸੀਂ ਡਿੱਗ ਪਏ ਨਾ ਭਾਈ, ਬੜੇ ਗਹਿਰੀ ਗਰਤ ਵਿੱਚ ਡਿੱਗ ਪਏ ਹਾਂ, ਕੋਈ ਬਸ ਨਹੀਂ ਚੱਲ ਰਿਹਾ। ਮਹਾਰਾਜ ਨੂੰ ਤਾਂ ਦਰਸ਼ਨ ਕਰਾਇਆ। ਕਿੱਥੇ ਜਾ ਕੇ ਵਿਅਕਤੀ ਬੇਬਸ ਹੋ ਜਾਂਦਾ ਹੈ, ਜਦੋਂ ਘਰ ਪਰਿਵਾਰ ਸਭ ਕੁਝ ਹੋਣ ਦੇ ਬਾਵਜੂਦ ਵੀ ਕਈ ਵਾਰ ਮੋਹ ਦੇ ਕਾਰਨ ਧੀਆਂ ਪੁੱਤਰਾਂ ਤੋਂ ਇੰਨਾ ਲਾਚਾਰ ਹੋ ਜਾਂਦਾ ਹੈ ਕਿ ਮਨੁੱਖ ਕਰਨਾ ਕੁਝ ਚਾਹੁੰਦਾ ਹੈ, ਹੋ ਕੁਛ ਹੋ ਰਿਹਾ ਹੈ। ਅਸੀਂ ਆਪਣੇ ਘਰਾਂ 'ਚ ਆਪਣੇ ਤੋਂ ਵੱਡਿਆਂ ਨੂੰ ਖਿਮਾ ਕਰਨਾ ਕਈ ਵਾਰ ਇਹੋ ਜਿਹੀ ਲਾਚਾਰੀ 'ਚੋਂ ਗੁਜ਼ਰਦਿਆਂ ਦੇਖਿਆ। ਉਹ ਕਹਿੰਦੇ ਨੇ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਪਤਾ ਲੱਗਾ ਬੱਚੇ ਨਹੀਂ ਕਰ ਰਹੇ। ਹੁਣ ਬਜ਼ੁਰਗ ਬੰਦਾ ਵੀ ਲਾਚਾਰ ਹੈ, ਕੁਛ ਨਹੀਂ ਕਰ, ਤਾਕਤ ਹੱਥ 'ਚ ਨਹੀਂ ਹੈ, ਕੋਈ ਸਮਰੱਥਾ ਕੋਈ ਪਾਵਰ ਹੱਥ 'ਚ ਨਹੀਂ ਹੈ, ਕਰਨਾ ਚਾਹੁੰਦਾ ਹੈ, ਲਾਚਾਰ ਹੈ, ਉੱਥੇ ਬੇਬਸੀ ਹੁੰਦੀ। ਫਿਰ ਉਹ ਵਿਅਕਤੀ ਬੈਰਾਗ ਵਿੱਚ ਰੋਂਦੇ ਦੇਖੇ ਨੇ। ਜਿੱਥੇ ਕੋਈ ਬੱਸ ਨਾ ਚੱਲਦਾ ਹੋਵੇ, ਮਹਾਰਾਜ ਨੂੰ ਤਾਂ ਦਰਸ਼ਨ ਕਰਾਇਆ, ਕਿੱਥੇ ਹੈ?
ਭਰਮ ਕੀ ਕੂਈ। ਮਹਾਰਾਜ ਮੈਂ ਡਿੱਗ ਪਿਆ ਹਾਂ ਖੂਹ ਦੇ ਵਿੱਚ। ਇਹ ਖੂਹ ਕਿਹੜਾ ਹੈ? ਇਹ ਖੂਹ ਹੈ ਭਰਮ ਦਾ, ਅਗਿਆਨਤਾ ਦਾ। ਮੈਂ ਤੈਨੂੰ ਕੁਛ ਹੋਰ ਮੰਨ ਬੈਠਾ ਸੀ, ਪਰ ਤੇ ਖੂਹ ਨਿਕਲਿਆ। ਭਰਮ ਕੀ ਕੂਈ, ਕਿਉਂਕਿ ਅਸੀਂ ਤੇ ਤੁਰੇ ਤੇ ਸਪਾਟ ਰਾਹ 'ਤੇ ਜਾਂਦੇ ਸਾਂ ਆਪਣੇ ਵੱਲੋਂ। ਅਸੀਂ ਤੇ ਥੜਾ ਸਮਝ ਕੇ ਕਦਮ ਧਰਿਆ, ਪਰ ਸਾਨੂੰ ਕੀ ਪਤਾ ਸੀ ਇਸ ਥੜੇ 'ਤੇ ਕੇਵਲ ਇੱਕ ਚਿੱਟੀ ਚਾਦਰ ਹੀ ਹੈ, ਬਾਕੀ ਦੇ ਥੱਲੇ ਖੂਹ ਹੈ। ਇਹਦੇ 'ਚ ਡਿੱਗ ਪਏ ਆ। ਬਹੁਤ ਸਾਰੇ ਵਾਰ ਵਿਅਕਤੀ ਮਨੁੱਖ ਭਲੇ ਵਾਸਤੇ ਕਦਮ ਪੁੱਟਦਾ ਹੈ, ਚੰਗੇ ਵਾਸਤੇ ਕਦਮ ਪੁੱਟਦਾ ਹੈ, ਅਤੇ ਪਤਾ ਲੱਗਦਾ ਡਿੱਗ ਪਿਆ। ਭਰਮ ਕੀ ਕੂਈ। ਇਸ ਖੂਹ ਵਿੱਚ ਹੈ ਕਿ ਤ੍ਰਿਸ਼ਨਾ ਰਸ ਪੰਕਜ। ਇਸ ਖੂਹ ਦੇ ਵਿੱਚ ਹੈ ਚਿੱਕੜ। ਚਿੱਕੜ ਕਿਹੜਾ ਜੀ? ਤ੍ਰਿਸ਼ਨਾ ਦਾ। ਤੂੰ ਨਿਕਲਦਾ ਕਿਉਂ ਨਹੀਂ? ਫਸ ਗਿਆ ਹਾਂ, ਕਿਉਂਕਿ ਤ੍ਰਿਸ਼ਨਾ ਵੀ ਤੇ ਨਾਲ ਗਿਆਨ ਵੀ ਕਹਿੰਦਾ ਭਾਈ ਜੇ ਇੱਥੋਂ ਬਾਹਰ ਨਿਕਲਿਆ ਤੇ ਘਾਟਾ ਹੋ ਜਾਏਗਾ, ਆਹ ਹੋ ਜਾਏਗਾ, ਆਹ ਹੋ ਜਾਏਗਾ। ਦੁਨੀਆ ਭਰ ਦੇ ਦਬਾਅ ਨੇ, ਪ੍ਰੈਸ਼ਰ ਨੇ, ਲਾਲਚ ਨੇ। ਮੈਂ ਉਹਨਾਂ 'ਚ ਫਸਿਆ ਵੀ ਹਾਂ, ਲਾਚਾਰ ਵੀ ਹਾਂ, ਅਤੇ ਨਿਕਲਣਾ ਚਾਹੁੰਦਾ ਵੀ ਹਾਂ, ਪਰ ਨਿਕਲ ਸਕਦਾ ਨਹੀਂ। ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਅਥ ਤੀਖਣ ਮੋਹ ਕੀ ਫਾਸ। ਤੈਨੂੰ ਫਸਾਇਆ ਕਿਹਨੇ ਹੈ? ਕਹਿਣ ਲੱਗੇ ਮੇਰੇ ਆਪਣੇ ਮੋਹ ਨੇ। ਅਤੇ ਮੋਹ ਕਿਹਨਾਂ ਦਾ? ਭੈਣ ਭਰਾਵਾਂ, ਧੀਆਂ ਪੁੱਤਰਾਂ ਦਾ। ਸਦਾ ਜਿਹੜਾ ਮੋਹ ਹੁੰਦਾ ਏ ਆਪਣੇ ਤੋਂ ਛੋਟਿਆਂ ਦਾ ਹੁੰਦਾ। ਵੱਡਿਆਂ ਦੇ ਪ੍ਰਤੀ ਫਿਰ ਮੋਹ ਨਹੀਂ ਰਹਿੰਦਾ। ਵੱਡਿਆਂ ਦੇ ਪ੍ਰਤੀ ਸਨਮਾਨ, ਆਦਰ, ਸ਼ਰਧਾ, ਇਹੋ ਜਿਹੇ ਸ਼ਬਦ ਬਣ ਜਾਂਦੇ ਨੇ। ਹੁਣ ਧੀਆਂ ਪੁੱਤਰਾਂ ਦਾ ਮੋਹ ਅਕਸਰ ਹੁੰਦਾ ਹੈ, ਅਤੇ ਆਪਣੇ ਪੁੱਤਰਾਂ ਦਾ, ਧੀਆਂ ਦਾ ਵੇਖਿਆ ਏ। ਕਈਆਂ ਨੂੰ ਫਿਰ ਆਪਣੇ ਕਾਰੋਬਾਰ ਦਾ, ਆਪਣੇ ਦੁਕਾਨ ਦਾ, ਆਪਣੀ ਜ਼ਮੀਨ ਦਾ, ਇਹਨਾਂ ਦਾ ਮੋਹ ਵੀ ਪੈ ਜਾਂਦਾ ਹੈ। ਧੀਆਂ ਪੁੱਤਰਾਂ ਦਾ ਤਾਂ ਮੋਹ ਹੈ ਹੀ ਹੈ। ਲੋਕਾਂ 'ਚ ਐਸਾ ਵੇਖਿਆ ਹੈਗਾ, ਲੋਕਾਂ ਨੂੰ ਥਾਵਾਂ ਦਾ ਮੋਹ ਪੈ ਜਾਂਦਾ ਹੈ। ਆ ਕਈ ਵਾਰ ਵੇਖਿਆ ਹੁਣ ਆਪਣੇ ਆਲੇ ਦੁਆਲੇ ਸਮਾਜ ਵਿੱਚ, ਵਿਅਕਤੀ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ, 2-4 ਸਾਲ ਰਹਿ ਗਿਆ, ਭਾਵੇਂ ਮਕਾਨ ਬਾਅਦ 'ਚ ਆਪਣਾ ਵੀ ਕਿਉਂ ਨਾ ਘਰ ਬਣਾ ਲੇ, ਛੱਡਣ ਲੱਗਾ, ਰੋਣ ਲੱਗ ਪੈਂਦਾ ਕਿ ਇਸ ਮਕਾਨ ਨਾਲ ਮੋਹ ਪੈ ਗਿਆ ਸੀ ਜੀ, ਬੜੀ ਸਹੂਲਤ ਸੀ, ਚੰਗਾ ਸੀ, ਆਹ ਸੀ, ਖਿੜਕੀ, ਵਾਹ। ਉਸ ਮਕਾਨ ਦੇ ਨਾਲ ਮੋਹ ਪੈ ਜਾਂਦਾ ਹੈ। ਰੁੱਖਾਂ ਨਾਲ ਲੋਕਾਂ ਦਾ ਮੋਹ ਪਿਆ ਦੇਖਿਆ ਹੈ। ਜ਼ਮੀਨਾਂ ਨਾਲ ਮੋਹ ਤਾਂ ਖਰਾ ਆਮ ਹੀ ਗੱਲ ਹੈ। ਜ਼ਮੀਨ ਦੇ ਪ੍ਰਤੀ ਤੇ ਮੋਹ ਆਮ ਹੀ ਗੱਲ ਹੈ। ਦਰਅਸਲ ਜਦੋਂ ਅਸੀਂ ਇਸ ਨੂੰ ਦਾਰਸ਼ਨਿਕ ਮੰਡਲ ਦੇਖਦੇ ਹਾਂ, ਸਾਰਾ ਦਾ ਸਾਰਾ ਮੋਹ ਜਿਹੜਾ ਹੈ ਨਾ, ਉਹ ਧਰਤੀ ਦੇ ਨਾਲ ਹੈ। ਅਤੇ ਧਰਤੀ ਦੇ ਨਾਲ ਸੰਬੰਧਿਤ ਜਿਤਨੇ ਕਾਰਕ ਨੇ, ਉਹਨਾਂ ਸਾਰਿਆਂ ਦੇ ਨਾਲ ਮਨੁੱਖ ਦਾ ਮੋਹ ਹੁੰਦਾ ਹੈ। ਜਿਤਨੇ ਵੀ ਧਰਤੀ ਦੇ ਕਾਰਕ ਨੇ। ਕਦੇ ਅਭਿਆਸੀ ਹੋ, ਆਪ ਤੇ ਮੇਥੋਂ ਜ਼ਿਆਦਾ ਬਾਣੀ ਪੜ੍ਹਦੇ ਹੋ, ਅਭਿਆਸੀ ਹੋ, ਧਿਆਨ 'ਚ ਬੈਠੇ ਹੋਏ ਦੇਖਣਾ, ਜਦੋਂ ਵੀ ਮਨ ਡੁਲਾਇਮਾਨ ਹੋਏਗਾ, ਮਨ ਡੋਲ ਕੇ ਕਿੱਥੇ ਜਾਂਦਾ ਹੈ? ਮੰਨ ਲਓ ਆਪਾਂ ਸਵੇਰੇ ਬੈਠੇ, ਜਪ ਕਰਨ ਬੈਠੇ, ਕੀਰਤਨ ਹੋ ਰਿਹਾ, ਆਪਾਂ ਕੋਸ਼ਿਸ਼ ਕੀਤੀ ਵੀ ਚਲੋ 2 ਘੜੀ ਅੱਧੀ ਘੜੀ ਧਿਆਨ ਟਿਕਾ ਕੇ ਬੈਠਦੇ ਹਾਂ। ਉਹ ਧਿਆਨ ਟਿਕਾ ਕੇ ਬੈਠਣ ਲੱਗੇ, ਬੈਠੇ ਵੀ ਕੁਝ ਪਲ ਬੈਠੇ, ਅਤੇ ਬਾਅਦ 'ਚ ਮਨ ਇੱਧਰ ਉੱਧਰ ਡੁੱਲ ਜਾਂਦਾ ਅਕਸਰ। ਅਤੇ ਉਸ ਵਕਤ ਗਿਆਨ ਦ੍ਰਿਸ਼ਟੀ ਨਾਲ ਦੇਖਣਾ ਕਿ ਮਨ ਗਿਆ ਕਿੱਥੇ। ਦੇਖਣਾ ਮਨ ਨਿਵਾਣ ਵੱਲ, ਜ਼ਮੀਨੀ ਹਕੀਕਤ ਵੱਲ ਜਾਏਗਾ। ਕਿਸੇ ਜ਼ਮੀਨ ਦੇ ਟੁਕੜੇ 'ਤੇ, ਭਾਵ ਪੈਲੀ 'ਤੇ, ਮਕਾਨ 'ਤੇ, ਪਲਾਟ 'ਤੇ, ਉਹਦੇ ਉੱਤੇ ਬਣੇ ਹੋਏ ਕਿਸੇ ਮਕਾਨ 'ਤੇ, ਕਿਸੇ ਜ਼ਮੀਨ ਦੇ ਟੁਕੜੇ 'ਤੇ, ਉਹਦੇ ਉੱਤੇ ਬਣੇ ਹੋਏ ਕਿਸੇ ਮਕਾਨ 'ਤੇ, ਉਸ ਮਕਾਨ ਦੇ ਵਿੱਚ ਰਹਿੰਦੇ ਹੋਏ ਕਿਸੇ ਜੀਅ 'ਤੇ। ਇਹਨਾਂ ਤਿੰਨਾਂ ਤੋਂ ਵੱਧ ਕੇ ਕਿਤੇ ਮੋਹ ਨਹੀਂ ਜੇ ਜਾਂਦਾ। ਕਦੇ ਐਸਾ ਹੋਇਆ ਕਿ ਮੋਹ ਚੰਦ ਸਿਤਾਰਿਆਂ 'ਤੇ ਗਿਆ ਹੋਵੇ, ਕਿਸੇ ਗੁਰਮੁਖ 'ਤੇ ਮੋਹ ਚਲਾ ਜਾਏ, ਮਨ ਡੋਲ ਕੇ ਚਲਾ ਜਾਏ। ਜਦੋਂ ਵੀ ਮਨ ਜਾਏਗਾ, ਮਨ ਨਿਵਾਣ ਵੱਲ ਡਿੱਗੇਗਾ। ਅਭਿਆਸੀ ਤੇ ਤੱਕ ਮੰਨਦੇ ਨੇ ਕਿ ਦਰਅਸਲ ਧਰਤੀ ਤਨ ਨੂੰ ਤੇ ਆਕਾਰ ਵਸਤੂ ਨੂੰ ਹੀ ਨਹੀਂ ਖਿੱਚਦੀ, ਸਾਡੇ ਮਨ ਨੂੰ ਵੀ ਖਿੱਚਦੀ ਹੈ। ਅੱਜ ਧਰਤੀ ਦੇ ਗੁਰੂਤਵਾਕਰਸ਼ਣ ਸ਼ਕਤੀ, ਜਿਹਨੂੰ ਆਪਾਂ ਗ੍ਰੈਵਿਟੀ ਕਹਿੰਦੇ, ਪਾਵਰ ਹੈ, ਇਹ ਕੇਵਲ ਆਕਾਰ ਨੂੰ ਨਹੀਂ ਖਿੱਚਦੀ, ਅਕਸਰ ਵਿਚਾਰ ਨੂੰ ਵੀ ਖਿੱਚਦੀ ਜੀ। ਇਸੇ ਕਰਕੇ ਸਾਡੇ ਅੰਦਰ ਅਕਸਰ ਜੋ ਵਿਚਾਰ ਉੱਠਦੇ ਨੇ, ਉਹ ਨਿਵਾਣ ਦੇ, ਨੀਵੇਂ ਉੱਠਦੇ ਨੇ। ਅਤੇ ਫਿਰ ਕੀ ਕਰੀਏ? ਆਪਣੇ ਵਿਚਾਰਾਂ ਨੂੰ ਉੱਚਾ ਉਠਾਉਣਾ ਪੈਂਦਾ। ਕਿਸੇ ਧਰਤੀ 'ਤੇ, ਕਿਸੇ ਟੁਕੜੇ 'ਤੇ, ਜ਼ਮੀਨ 'ਤੇ, ਪੈਲੀ 'ਤੇ, ਪਲਾਟ 'ਤੇ ਜਾਏਗਾ, ਉੱਤੇ ਬਣੇ ਹੋਏ ਘਰ, ਮਕਾਨ, ਦੁਕਾਨ, ਕਿਸੇ ਫੈਕਟਰੀ 'ਤੇ ਜਾਏਗਾ, ਉਹਦੇ ਵਿੱਚ ਰਹਿਣ ਵਾਲੇ, ਕਰਨ ਵਾਲੇ ਧੀ ਪੁੱਤਰ, ਭੈਣ ਭਰਾ 'ਤੇ ਜਾਏਗਾ। ਧਿਆਨ ਇਹਨਾਂ 'ਤੇ ਹੀ ਭਟਕੇਗਾ। ਉਹਦੇ ਵਿੱਚ ਉਹ ਤੋਂ ਪ੍ਰਾਪਤ ਹੋ ਰਹੀ ਸੰਪੱਤੀ 'ਤੇ, ਜਿਹਨੂੰ ਅਸੀਂ ਚੱਲ ਤੇ ਅਚਲ ਸੰਪੱਤੀ ਕਹਿ ਦਿੰਦੇ ਹਾਂ, ਇਹ 'ਤੇ ਧਿਆਨ ਜਾਏਗਾ। ਬਹੁਤ ਘੱਟ ਹੋਏਗਾ ਕਿ ਇੱਥੇ ਜਪ ਕਰਦੇ ਹਾਂ, ਮੰਨ ਲਓ ਕੀਰਤਨ ਹੋ ਰਿਹਾ ਜਾਂ ਆਪਾਂ ਧਿਆਨ 'ਚ ਬੈਠੇ ਹਾਂ, ਸਾਡਾ ਧਿਆਨ ਇੱਥੋਂ ਉੱਠ ਕੇ ਕਿਤੇ ਇਸ ਤੋਂ ਵੀ ਬਿਹਤਰ
ਕਿਤੇ ਹੋਰ ਕੀਰਤਨ ਹੁੰਦਾ ਹੋਵੇ ਉੱਥੇ ਚਲਾ ਜਾਏ ਵੀ ਨਹੀਂ ਉੱਥੇ ਕੀਰਤਨ ਵਧੀਆ ਨਹੀਂ ਜਾਏਗਾ। ਲੇਕਿਨ ਜਾਂਦਾ ਹੈ। ਅਭਿਆਸੀ ਨੇ ਜਿਹੜੇ ਇਕੱਲੇ ਧਿਆਨ 'ਚ ਬੈਠੇ ਨੇ, ਧਿਆਨ ਉਹਨਾਂ ਦਾ ਉੱਡ ਕੇ ਚਲਾ ਜਾਂਦਾ ਕੀਰਤਨ ਸੰਗਤਾਂ 'ਚ। ਬਸ ਸਮਝ ਲਓ ਜਿਸ ਦਿਨ ਬੈਠੇ ਆ ਧਿਆਨ ਕਿਸੇ ਕੀਰਤਨ ਦਰਬਾਰ ਵੱਲ ਚਲਾ ਗਿਆ, ਕਿਸੇ ਸਮਾਗਮ 'ਚ ਜਾ ਪਹੁੰਚਾਏ, ਜਪ ਕਰਦਿਆਂ ਪਾਠ ਕਰਦਿਆਂ ਖਿਆਲ ਕਿਸੇ ਕੀਰਤਨ ਸਮਾਗਮ ਦਾ ਸਤਸੰਗਤ ਆ ਗਿਆ, ਮੁਬਾਰਕ ਹੈ। ਹੁਣ ਮਨ ਥੋੜ੍ਹਾ ਜਿਹਾ ਉੱਚਾ ਉੱਠੇ। ਸੰਭਾਵਿਤ ਹੈ ਬੈਠੇ ਹਾਂ ਇੱਥੇ ਜਾਂ ਘਰ ਬੈਠੇ ਹਾਂ, ਧਿਆਨ ਪਰਿਕਰਮਾ ਦਰਬਾਰ ਸਾਹਿਬ ਚਲਾ ਜਾਏ, ਸਮਝ ਲਓ ਅਸੀਂ ਠੀਕ ਟਿਕਾਣੇ 'ਤੇ ਸੋਦਰ 'ਤੇ ਪਹੁੰਚ ਰਹੇ ਹਾਂ। ਬੇਸ਼ੱਕ ਕੁੰਡਾ ਨਹੀਂ ਖੜਕਾ ਪਾਏ ਅਜੇ, ਪਰ ਸੋਦਰ ਦੇ ਮੁਕਾਮ ਤੱਕ ਪਹੁੰਚ ਗਏ ਹਾਂ। ਕਦੇ ਕਲਪਨਾ 'ਤੇ ਕਰਨਾ, ਹੌਲੀ ਹੌਲੀ ਕਲਪਨਾ ਹੀ ਸਾਨੂੰ ਗਿਆਨ ਦੇ ਧਰਾਤਲ 'ਤੇ ਲੈ ਕੇ ਜਾਂਦੀ ਹੈ ਕਿ ਬੈਠੇ ਹਾਂ ਸਵੇਰੇ ਸਵੇਰੇ ਘਰ, ਅਤੇ ਇਮੈਜਨ ਕਰੀਏ ਕਿ ਨਹੀਂ ਬੈਠਾ ਹਾਂ ਮੈਂ ਪਰਿਕਰਮਾ ਦੇ ਵਿੱਚ, ਅਤੇ ਉੱਥੇ ਠੰਡੀ ਹਵਾ ਦੇ ਬੁੱਲੇ ਨੇ ਆਲੇ ਦੁਆਲੇ, ਦਿਖੇਗਾ ਤਾਂ ਕੁਛ ਨਹੀਂ, ਪਰ ਬੈਠਾ ਹਾਂ ਮੈਂ ਪਰਿਕਰਮਾ ਦੇ ਵਿੱਚ। ਮੇਰੇ ਸਨਮੁਖ ਸ਼੍ਰੀ ਦਰਬਾਰ ਸਾਹਿਬ ਹੈ, ਸਰੋਵਰ ਦੀ ਲਹਿਰਾਂ 'ਤੇ ਤੈਰਦਾ ਹੋਇਆ ਜਲ, ਅਤੇ ਉਹਨੂੰ ਛੂਹ ਕੇ ਪ੍ਰਾਪਤ ਆਉਂਦੀ ਹੋਈ ਹਵਾਵਾਂ ਦੇ ਬੁੱਲੇ ਮੈਨੂੰ ਛੂਹ ਰਹੇ ਨੇ। ਜੇ ਕਿਤੇ ਇਹ ਧਿਆਨ ਟਿਕਣ ਲੱਗ ਪਵੇ ਤੇ ਸਮਝ ਲਈਏ ਅਸੀਂ ਧਿਆਨ ਦਾ ਪਹਿਲਾ ਪੜਾਅ ਪਾਰ ਕਰ ਲਿਆ। ਪਰ ਬਹੁਤ ਘੱਟ ਨੇ ਐਸੇ ਅਭਿਆਸੀਆਂ ਦੇ ਵੀ ਨਾਂ ਗਿਣੇ ਪੜ੍ਹੇ ਸੁਣੇ ਜਾਂਦੇ ਨੇ ਵੀ ਉਹ ਉਸ ਵਕਤ ਦਰਬਾਰ ਸਾਹਿਬ ਕਿਹੜਾ ਕੀਰਤਨ ਹੋ ਰਿਹਾ ਹੈ ਉਹ ਸੁਣ ਲੈਂਦੇ ਰਹੇ ਨੇ। ਚਲੋ ਅਸੀਂ ਇੰਨੇ ਤੇ ਨਹੀਂ, ਕਮ ਸੇ ਕਮ ਉਸ ਵਕਤ ਕਿਤੇ ਸਾਡੇ ਧਿਆਨ 'ਚ ਇੰਨਾ ਹੀ ਬਹੁਤ ਹੈ, ਆ ਜਾਏ ਸ਼ੁਰੂਆਤ ਹੋ ਜਾਏ। ਲੇਕਿਨ ਅਸੀਂ ਨਹੀਂ ਕਰ ਪਾ ਰਹੇ। ਪਤਾ ਕਿਉਂ? ਅਸੀਂ ਗੁਰੂ ਦੀ ਬਖਸ਼ਿਸ਼ ਤੋਂ ਸੱਖਣੇ ਹਾਂ, ਕਿਉਂਕਿ ਸਭ ਕੁਝ ਗੁਰੂ ਦੀ ਕਿਰਪਾ ਦੇ ਨਾਲ ਹੋਣਾ ਹੈ। ਧਿਆਨ ਦਾ ਪ੍ਰਪੱਕ ਹੋਣਾ, ਇਸ ਚਿੱਕੜ ਤੋਂ ਉੱਚੇ ਉੱਠਣਾ ਗੁਰੂ ਸਾਹਿਬ ਦੀ ਕਿਰਪਾ ਦੇ ਸਦਕੇ ਹੋਣਾ ਹੈ। ਇਸੇ ਕਰਕੇ ਸੰਗਤ ਵਿੱਚ ਜਦੋਂ ਵੀ ਕੋਈ ਪਿਆਰਾ ਅਰਦਾਸ ਕਰਦਾ ਹੈ ਇਹੀ ਕਹਿੰਦਾ ਮਹਾਰਾਜ ਕਿਰਪਾ ਕਰੋ। ਇਹ ਕਿਤਨਾ ਬਹੁਤ ਪਿਆਰਾ ਜਿਹਾ ਬਚਨ ਹੈ, ਮਹਾਰਾਜ ਕਿਰਪਾ ਕਰੋ। ਉਸ ਕਿਰਪਾ ਦੇ ਵਿੱਚ ਇਤਨਾ ਕੁਛ ਹੈ, ਦੀ ਵਿਆਖਿਆ ਇਤਨੀ ਵਿਸ਼ਾਲ ਹੈ। ਇੱਕ ਛੋਟਾ ਜਿਹਾ ਬਾਲਕਾ ਵੀ ਕਹਿੰਦਾ ਬਾਬਾ ਜੀ ਮੇਰੇ 'ਤੇ ਕਿਰਪਾ ਕਰਿਓ। ਕੀ ਚਾਹੀਦਾ ਹੈ? ਮੈਨੂੰ ਤਾਂ ਟੌਫੀ ਚਾਹੀਦੀ ਹੈ, ਮੈਨੂੰ ਤਾਂ ਮਿੱਠਾ ਚਾਹੀਦਾ। ਇੱਥੇ ਖੜਾ ਹੈ ਬਾਬਾ ਫਰੀਦ ਦੀ ਮਾਂ, ਇੱਥੇ ਲੈ ਕੇ ਬੈਠੀ ਨਾ ਬੱਚੇ ਨੂੰ ਕਿ ਬੱਚਾ ਨਮਾਜ਼ ਪੜ੍ਹਦਾ, ਅਤੇ ਬੱਚਾ ਨਮਾਜ਼ ਪੜ੍ਹਦਾ ਕੋਈ ਬਹੁਤ ਵੱਡੀ ਚੌਧਰਾਹਟ ਥੋੜ੍ਹਾ ਮੰਗ ਰਿਹਾ ਹੋਏਗਾ। ਛੋਟਾ ਜਿਹਾ ਬਾਲਕਾ ਨਮਾਜ਼ ਪੜ੍ਹਦਾ ਜਾਂ ਅਰਦਾਸ ਕਰਦਾ ਜਾਂ ਪਾਠ ਕਰਦਾ, ਕੋਈ ਬਹੁਤ ਵੱਡਾ ਅਹੁਦਾ ਨਹੀਂ ਮੰਗੇਗਾ। ਉਹ ਆਪਣੇ ਮਨ ਭਾਉਂਦਾ ਮਿਠਾਈ ਖਿਡੌਣਾ ਹੀ ਮੰਗੇਗਾ, ਅਤੇ ਉਹ ਮਿਲ ਰਿਹਾ ਉਹਨੂੰ। ਉਹ ਵੀ ਕਹਿ ਰਿਹਾ ਬਾਬਾ ਜੀ ਮੇਰੇ 'ਤੇ ਕਿਰਪਾ ਕਰਿਓ। ਵਿਦਿਆਰਥੀ ਕਹਿ ਰਿਹਾ ਬਾਬਾ ਜੀ ਮੇਰੇ 'ਤੇ ਕਿਰਪਾ ਕਰੋ, ਪਾਸ ਹੋ ਜਾਵਾਂ। ਅਗਲਾ ਕਹਿੰਦਾ ਬਾਬਾ ਜੀ ਮੇਰੇ 'ਤੇ ਕਿਰਪਾ ਕਰੋ, ਮੈਨੂੰ ਚੰਗਾ ਜੌਬ ਮਿਲ ਜਾਏ। ਦੂਜਾ ਕਹਿੰਦਾ ਬਾਬਾ ਜੀ ਕਿਰਪਾ ਕਰੋ ਮੇਰੇ ਧੀ ਪੁੱਤਰ ਵਾਸਤੇ ਕੰਮ ਲੱਭ ਜਾਏ, ਕਾਰ ਵਿਹਾਰ ਤੁਰ ਪਵੇ। ਫਿਰ ਥੋੜ੍ਹਾ ਜਿਹਾ ਧਿਆਣਾ ਹੁੰਦਾ ਕਿਰਪਾ ਕਰੋ ਮਹਾਰਾਜ, ਕਾਰ ਵਿਹਾਰ ਤੁਹਾਡੀ ਕਿਰਪਾ ਨਾਲ ਚੱਲਦੇ ਨੇ। ਇਹ ਤਾਂ ਕਿਰਪਾ ਬਣੀ ਰਹੇ, ਤੁਰਿਆ ਜਾਂਦਾ ਬੰਦਾ ਕਿਰਪਾ ਕਰੋ ਕਹੀ ਜਾਂਦਾ ਕਿਰਪਾ ਕਰੋ, ਅਤੇ ਕਿਤੇ ਕਰਦਿਆਂ ਇਹ ਵੀ ਕਹਿ ਦਿਆ ਕਰੀ ਸੱਚੇ ਪਾਤਸ਼ਾਹ ਕਿਰਪਾ ਕਰੋ ਇਹਨਾਂ ਵਿਕਾਰਾਂ ਤੋਂ ਖਹਿੜਾ ਛੁਡਾ ਦਿਓ। ਜਿੱਥੇ ਪਦਾਰਥ ਤੇ ਵਸਤੂਆਂ ਦਿੱਤੀਆਂ ਜੇ ਨਾ, ਫਿਰ ਕਿਰਪਾ ਕਰੋ ਨਾ ਇਹਨਾਂ ਵਿਕਾਰਾਂ ਤੋਂ ਵੀ ਖਹਿੜਾ ਛੁਡਾ ਦਿਓ, ਮੰਦ ਵਿਚਾਰਾਂ ਤੋਂ ਵੀ ਖਹਿੜਾ ਛੁਡਾ ਦਿਓ। ਕਿਉਂਕਿ ਜੇ ਮੈਂ ਮੰਦ ਵਿਚਾਰਾਂ ਅਤੇ ਮੰਦ ਵਿਕਾਰਾਂ ਵਿੱਚ ਹਾਂ ਤਾਂ ਮੈਂ ਨਿਮਾਣਾ ਹਾਂ, ਨਿਤਾਣਾ ਹਾਂ, ਮੇਰੇ ਪੱਲੇ ਫਿਰ ਕੁਛ ਨਹੀਂ। ਭਾਵੇਂ ਦੂਜੇ ਪਾਸੇ ਦੁਨੀਆ ਦੀ ਕੀ ਚੌਧਰਾਹਟ ਹੋਵੇ, ਪਰ ਕਿਸੇ ਲੇਖੇ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਬਿਨਾਂ ਗੁਰੂ ਦੀ ਕਿਰਪਾ ਤੋਂ ਅਸੀਂ ਕੁਛ ਵੀ ਨਹੀਂ ਹਾਂ। ਜਿਵੇਂ ਆ ਮਕਾਨ ਬਹੁਤ ਵੱਡਾ ਹੈ, ਅਤੇ ਜਿਹਦੀ ਨੀਹਾਂ ਠੀਕ ਨਾ ਹੋਵਣ ਅਤੇ ਇੱਕ ਮਕਾਨ ਦੀ ਗੱਲ ਕਰਨਾ ਬੇਈਮਾਨੀ ਹੈ। ਬਿਨਾਂ ਗੁਰੂ ਕਰਤੇ ਦੀ ਕਿਰਪਾ ਤੋਂ ਬਾਕੀ ਕਿਸੇ ਵੀ ਅਧਿਆਤਮਿਕ ਸਟਰਕਚਰ ਦੀ ਗੱਲ ਕਰਨਾ ਬੇਈਮਾਨੀ ਹੈ। ਗੁਰੂ ਦੀ ਕਿਰਪਾ ਹੋਏਗੀ ਅਤੇ ਫਿਰ ਅਗਲਾ ਸਭ ਕੁਛ ਬਣੇਗਾ, ਜਿਹਦੀ ਵਿਆਖਿਆ ਅਸੀਂ ਨਹੀਂ ਕਰ ਪਾਵਾਂਗੇ। ਇਸ ਕਰਕੇ ਮੈਂ ਗੁਰੂ ਤੋਂ ਬਿਨਾਂ ਖਰਾ ਨਿਮਾਣਾ ਹਾਂ, ਖਰੀ ਨਿਮਾਣੀ ਹਾਂ। ਕਿਤਨਾ ਤੇਰੀ ਹਾਲਤ ਹੈ? ਕਹਿਣ ਲੱਗੇ ਮਹਾਰਾਜ ਹਾਲਤ ਕੀ ਦੱਸਾਂ, ਹਾਂ ਇਤਨੀ ਕੁ ਲਾਹੌਰੀਆ ਰਾਮ ਤੂੰ ਸਾਗਰੋ ਬੈਰਾਗਰੋ, ਆ ਸ਼ਬਦ ਕਦੇ ਕਦੇ ਪੜ੍ਹਿਆ ਹੋਣਾ ਨਾ। ਤੂੰ ਤੇ ਸਾਗਰ ਹੈ, ਬੈਰਾਗਰ ਹੈ, ਰਤਨਾਗਰ ਹੈ, ਅਤੇ ਤੂੰ ਕੀ ਹੈ? ਕਹਿਣ ਲੱਗਾ ਮੇਰਾ ਕੀ ਮਹਾਰਾਜ ਇਤਨੀ ਕੁ ਲਾਹੌਰੀਆ, ਇੱਕ ਛੋਟੀ ਜਿਹੀ ਲਹਿਰ ਆ, ਪਤਾ ਨਹੀਂ ਕਦੋਂ ਸੁੱਕ ਜਾਣਾ, ਕਦੋਂ ਖਤਮ ਹੋ ਜਾਣਾ ਹੈ। ਹਾਂ ਪਰ ਇੱਕ ਛੋਟੀ ਜਿਹੀ ਲਹਿਰ। ਮੈਂ ਇਸ ਚਿੱਕੜ ਦੇ 'ਚ ਖੂਹ 'ਚ ਡਿੱਗ ਪਿਆ। ਭਰਮ ਕੀ ਕੋਈ ਤ੍ਰਿਸ਼ਨਾ ਰਸ ਪੀ ਤੀਖਣ, ਆਤ ਤੀਖਣ ਮੋਹ ਕੀ ਫਾਸ।
महाराज फिर इत्थों कढ़ लो ना, बड़ा प्यारा बचन। फिर अगे जाके दूजा मिलता है, सच्चे पातशाह तुहाडे हाथ ते बड़े वड्डे ने ना, ते कृपा करो ना इस अंधेरी खूही चों, इस अंधकूप तो मैनू कढ़ लो। हस्त अलंबन देह प्रभु, गरत उदर गोपाल, मोह निर्गुण मत थोरिया, तुम सद ही दीन दयाल। अज कहन लगे सच्चे पातशाह मैं निमाणी हाँ, अज जिंद निमाणी है। अच्छा फिर की चाहिए है? कहन लगे महाराज की चाहिए? जग जीवन दाता, मैनू होर की चाहिए है? याद रखना आपां पिछले कल 2-3 दिन सानूं विचार मिलिया कि शरीर नूं भोजन चाहिए है, मन नूं विचार चाहिए है। मन विचार चंगे ते मंदे इकट्ठे करता रहिंदा है। असां ज्ञान दे नाल मन नूं चंगे विचार देने हुंदे ने, शरीर नूं चंगा भोजन देना हुंदा है। आ नादान बच्चे कई बार शरीर नूं मंदा भोजन दे बैठते ने ते नतीजे असीं देखदे हां फैट हो गया, बीमार हो गए। खाधा तो भोजन ही उन्होंने, पर उन्होंने इतनी सियाणप समझ नहीं सी भी ये खाइए कि ना खाइए। स्वाद लगा खाई गया, स्वाद लगा खाई गया। कुछ सालों बाद पता लगा आ भोजन ही खुराक ही बीमारी का कारण बन गई। अज बीमार होया बैठा क्यों? डॉक्टर कहता जी तेरी खुराक ठीक नहीं सी, ये सब छड्ड दे। उहदे नाल कई चीज़ां फिर होर छुड़ा देंदा। अज साडे चों बहुते जीआं तो जिन्हों दुनिया के ज्ञानी अमृत कहते सन वो भी छुड़ा दिता है। असीं देखते ना कड़ा प्रशाद तैयार होकर सजिया, ये मिठा पिया है, घ्यो पिया है ना। असीं दुनिया के तमाम वो अखाज खाधे बिना सोचिया विचारिया खाधा कि सानू ये 2 अमृत भी त्यागने पै रहे हैं। अज साडे चों बहुतात चों डॉक्टर की कहंदा है घ्यो ना खाओ, जबकि पुराने वैद कहते सी 100 बीमारी का इलाज घ्यो विच है। पर अज का डॉक्टर कहता है 100 बीमारी की जड़ घ्यो है। पता क्यों? कि उदों जहर पै गया। नहीं जहर होएगा, वो प्रकृति संसार हालात की फर्क है, वो अलग बात है। पर असां ने खुराक इस ढंग ना खा ली है कि हुण अमृत ही साडे लिए जहर बन गया। मिठा तो बिना प्रसाद नहीं है, पर साडे तकरीबन हर चौथे तीजे बंदे नूं कहा गया है भी मिठे ते कंट्रोल कर ला भाई, जे लंबा समा सुखी रहना ते कंट्रोल कर। साडे जो अमृत सन असीं नादानियां करके जहर दे तब्दील कर लए ने। इस करके की चाहिए? मैनू वो किरपा चाहिए है जो बोध देवे, जो समझ देवे। जिवें तन चंगी खुराक चाहिए है, मन नूं चंगा विचार चाहिए है, तो आत्मा नूं की चाहिए? आत्मा को तो इको ही है। आत्मा दे वास्ते मंदा कुछ नहीं, जे चेता रखना मत ख्याल करना कि आत्मा वास्ते कुछ मंदा है। आत्मा वास्ते चंगा ही है। वो जां मिलता है तो जां नहीं मिलता। नाम ही है, नाम जां आत्मा नूं मिल जाता रूह नूं, तो जां विचारी नूर नाम तो सखणी जिंद रह जाती है। क्योंकि विचार ही मंदे हुंदे ने, विचारां तो उपर जाके कुछ मंदा चंगा नहीं हुंदा। उत्ते सिर्फ नाम है, बख्शिश है, रहमत है, किरपा है। मिली तो बहुत चंगा हो गया, नहीं मिली तो मंदे रह गए। इस करके हे सच्चे पातशाह मेरे ते किरपा करो। मैं ते निमाणी जी जिंदा जगजीवन दाता गुर मेल, मैनू बस मेरा जगजीवन दाता मिला दिओ। कई बार कोई आण मिलावे, कई बार शब्द पढ़े ना, कोई जन हर स्यों देवै जोर। कई बार इहो ਜਿਹੇ बेनतियों के शब्द पढ़े होणगे, हुण जाए पिछां सुहागणे तुस रावया कि नहीं गुणे, मैनू कुछ ते अकल मिल जाए। जुगत की है गुर मेल समाणी, ਉਹਦੀ ਜੁਗਤ ਇੱਕੋ ਜੇ ਗੁਰੂ ਦੇ ਨਾਲ ਜੁੜੋ। ਜੇ ਉੱਥੇ ਪਹੁੰਚਣਾ ਜੇ ਤੇ ਉੱਥੋਂ ਪਹੁੰਚਣ ਦਾ ਇੱਕੋ ਇੱਕ ਵਾਇਆ ਜੇ ਗੁਰੂ। ਜਿਵੇਂ ਅਸੀਂ ਅੱਜ ਵੀ ਪੜ੍ਹਦੇ ਹਾਂ ਨਾ, ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜਾਣ ਦੇ ਬਹੁਤ ਸਾਰੇ ਰਸਤੇ ਹੋਣਗੇ। ਸ਼੍ਰੀ ਅੰਮ੍ਰਿਤਸਰ ਸ਼ਹਿਰ ਵਿੱਚੋਂ ਪਰਿਕਰਮਾ ਤੱਕ ਪਹੁੰਚਣ ਦੇ ਬਹੁਤ ਰਸਤੇ ਹੋਣਗੇ, ਪਰ ਪਰਿਕਰਮਾ ਤੋਂ ਦਰਬਾਰ ਸਾਹਿਬ ਤੱਕ ਜਾਣ ਦਾ ਇੱਕੋ ਹੀ ਰਸਤਾ ਹੈ। ਬਾਹਰ ਬਹੁਤ ਨੇ ਤੇ ਉਹਦੇ ਨੂੰ ਸ਼ਹਿਰ ਦੇ ਨਾਲ ਪਤਾ ਨਹੀਂ ਕਿੰਨੇ ਕੁ ਤਰੀਕੇ ਜੁੜਦੇ ਨੇ। ਸੜਕ ਦੀ ਆਵਾਜਾਈ ਕਰਕੇ, ਜਹਾਜ਼ ਕਰਕੇ, ਰੇਲ ਕਰਕੇ ਅਸੀਂ ਜੁੜਦੇ ਹਾਂ, ਪਰ ਸ਼ਹਿਰ ਪਹੁੰਚ ਸਕਦੇ ਹਾਂ, ਪਰਿਕਰਮਾ ਤੱਕ ਪਹੁੰਚ ਸਕਦੇ ਹਾਂ। ਪਰ ਪਰਿਕਰਮਾ ਤੋਂ ਅੱਗੇ ਕੇਵਲ ਇੱਕੋ ਮਾਰਗ ਹੈ। ਅਤੇ ਚੇਤਾ ਰੱਖਣਾ, ਸੰਸਾਰ ਦੇ ਆ ਧਰਮਗਤ ਮੁਕਾਮ ਤੱਕ ਪਹੁੰਚਣ ਦੇ ਬੜੇ ਮਾਰਗ ਹੋਣਗੇ। ਧਰਮ ਦੇ ਪੜਾਵ ਤੱਕ ਪਹੁੰਚਣ ਦੇ ਸ਼ਾਇਦ 250 ਤੋਂ ਵੱਧ ਮਾਰਗ ਹੋਣਗੇ। ਜਿੰਨੇ ਵੀ ਧਰਮ ਫਲਸਫੇ ਨੇ ਉਸ ਮੁਕਾਮ ਤੱਕ ਪਹੁੰਚਾਉਣ ਦੇ ਮਾਰਗ ਹੀ ਤੇ ਨੇ।
ਕੋਈ ਇਹਨਾਂ ਨੂੰ ਬਿਹਤਰੀਨ ਤਰੀਕੇ ਨਾਲ ਵਰਤ ਪਾਉਂਦਾ ਕਿ ਨਹੀਂ ਵਰਤ ਪਾਉਂਦਾ ਅਲੱਗ ਬਾਤ ਹੈ, ਪਰ ਮੰਨਾ ਹੀ ਨਹੀਂ ਹੈ। ਕੋਈ ਨਮਾਜ਼ ਪੜ੍ਹ ਕੇ ਵੀ ਇੱਥੇ ਪਹੁੰਚ ਸਕਦਾ ਹੈ, ਕੋਈ ਟੱਲੀਆਂ ਵਜਾ ਕੇ ਰਾਮ ਰਾਮ ਰਾਧੇ ਰਾਧੇ ਕਰਕੇ ਵੀ ਜਾ ਸਕਦਾ ਹੈ, ਕੋਈ ਹੋਰ ਕਹਿ ਕੇ ਵੀ ਜਾ ਸਕਦਾ ਹੈ। ਸਾਡੇ ਕੋਲ ਹੈ ਨਾ ਪਹੁੰਚੇ ਹੋਏ, ਕੋਈ ਬਿਠਲ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਕ੍ਰਿਸ਼ਨ ਕਹਿੰਦਾ, ਕੋਈ ਗੋਬਿੰਦ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਕੁਝ ਕਹਿੰਦਾ। ਘੱਟੋ ਘੱਟ 15 ਤੇ ਸਾਡੇ ਕੋਲ ਪ੍ਰਕਾਰ ਹੈਗੇ ਨਾ ਵੱਖਰੇ, ਜਿਨ੍ਹਾਂ ਦੇ ਅਲੱਗ ਅਲੱਗ ਰੂਪ ਰੰਗ ਢੰਗ ਨੇ, ਪਰ ਪਹੁੰਚੇ ਸਾਰੇ ਇੱਕੇ ਮੁਕਾਮ 'ਤੇ ਨੇ। ਪਰ ਜਦੋਂ ਪਹੁੰਚ ਗਏ ਨੇ ਤੇ ਫਿਰ ਕੀ ਕਹਿੰਦੇ, ਇਹ ਤੋਂ ਅੱਗੇ ਗੁਰੂ ਹੀ ਜਾਏਗਾ। ਬਸ ਇਹ ਤੋਂ ਅੱਗੇ ਇੱਕੋ ਹੀ ਵਾਇਆ ਜੇ ਗੁਰੂ ਦਾ, ਉਹ ਗੁਰੂ ਹੀ ਸਾਨੂੰ ਅੱਗੇ ਲੈ ਕੇ ਜਾਏਗਾ। ਇਸ ਕਰਕੇ ਗੁਰਮੇਲ, ਗੁਰੂ ਦੇ ਨਾਲ ਮੇਲ ਹੀ, ਗੁਰੂ ਦਾ ਮਿਲਾਪ ਹੀ ਕਿੱਥੇ ਲੈ ਜਾਏਗਾ, ਸਮਾਣੀ ਸਮਾਈ ਹੋਏਗੀ ਗੁਰੂ ਦੇ ਸਦਕੇ। ਇਸੇ ਕਰਕੇ ਸਾਨੂੰ ਗੁਰਮਤਿ ਵਿੱਚ ਦੱਸਿਆ ਗਿਆ ਕਿ ਭਾਈ ਗੁਰੂ ਤੋਂ ਬਿਨਾਂ ਪ੍ਰਮਾਤਮਾ ਦੇ ਨਾਲ ਕਦੇ ਵੀ ਸਮਝ ਸੋਝੀ ਨਹੀਂ ਆਏਗੀ। ਬਾਬਾ ਕਬੀਰ ਸਾਹਿਬ ਜੀ ਦੇ ਬਚਨ ਜੋ ਅਸੀਂ ਗ੍ਰੰਥਾਵਲੀਆਂ 'ਚ ਪੜ੍ਹਦੇ ਹਾਂ, ਉਹਦੇ ਵਿੱਚ ਵੀ ਜ਼ਿਕਰ ਐਸਾ ਹੀ ਮਿਲਦਾ ਹੈ ਕਿ ਗੁਰੂ ਤੋਂ ਬਿਨਾਂ ਗਤ ਕਿਤੇ ਨਹੀਂ। ਉਹ ਤਾਂ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਜੇ ਕਿਤੇ ਵਾਕਿਆ ਹੀ ਗੁਰੂ ਅਤੇ ਪ੍ਰਮਾਤਮਾ ਇਕੱਠੇ ਮਿਲ ਜਾਣ, ਅਤੇ ਫਿਰ ਜੇ ਕਿਸੇ ਪੁੱਛਿਆ ਬਾਬਾ ਫਿਰ ਗੁਰੂ ਅਤੇ ਪ੍ਰਮਾਤਮਾ ਇਕੱਠੇ ਮਿਲ ਗਏ, ਹੁਣ ਕਿਹਨੂੰ ਮੱਥਾ ਟੇਕੇਗਾ? ਕਿਉਂਕਿ ਗੁਰੂ ਤੇ ਬਾਰ-ਬਾਰ ਕਹਿੰਦੇ ਸੀ ਪ੍ਰਮਾਤਮਾ ਨੂੰ ਜਪ ਕਰੋ, ਪ੍ਰਮਾਤਮਾ ਨਾਲ ਮਿਲਾਪ ਹੋਏਗਾ, ਪ੍ਰਮਾਤਮਾ ਨਾਲ ਮਿਲਾਪ ਹੋਏਗਾ। ਹੁਣ ਪ੍ਰਮਾਤਮਾ ਮਿਲ ਗਏ ਅਤੇ ਗੁਰੂ ਮਿਲ ਗਏ। ਕਬੀਰ ਸਾਹਿਬ ਕਹਿਣ ਲੱਗੇ ਮੈਂ ਫਿਰ ਵੀ ਗੁਰੂ ਨੂੰ ਮੱਥਾ ਟੇਕਾਂਗਾ, ਕਿਉਂਕਿ ਗੁਰੂ ਹੈ ਤੇ ਪ੍ਰਮਾਤਮਾ ਹੈ। ਜੇ ਗੁਰੂ ਨਾ ਹੁੰਦੇ ਤਾਂ ਮੈਨੂੰ ਕਿਵੇਂ ਦੱਸਣ ਸੀ ਪ੍ਰਮਾਤਮਾ ਦਾ ਕੀ ਰੂਪ ਹੈ, ਪ੍ਰਮਾਤਮਾ ਕਿੱਥੇ? ਸਾਨੂੰ ਵੀ ਤਾਂ ਗੁਰੂ ਨਾਨਕ ਨੇ ਦੱਸਿਆ ਨਾ, ਸਾਨੂੰ ਤਾਂ ਗੁਰੂ ਦੱਸਦੇ ਨਾ। ਇਸੇ ਕਰਕੇ ਗੁਰੂ 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 ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰੂ ਨੂੰ ਮਿਲਦੇ ਹਾਂ ਤੇ ਗੁਰੂ ਮਿਲਾ ਦਿੰਦਾ। ਬੜਾ ਪਿਆਰਾ ਬਚਨ ਅਸੀਂ ਪੜ੍ਹਦੇ ਹੁੰਦੇ ਕਦੇ ਕਦੇ, ਗੁਰੂ ਦਰਗਾਹ ਦਾ ਬਸੀਠ ਹੈ, ਹਰ ਦਰਗਹਿ ਕਾ ਬਸੀਠ। ਬਸੀਠ ਕਹਿੰਦੇ ਵਕੀਲ, ਵਿਚੋਲਾ, ਜੋ ਸਾਡੀਆਂ ਕਮੀਆਂ ਪੇਸ਼ੀਆਂ ਨੂੰ ਮਿਟਾ ਕੇ, ਤਿਆਰ ਕਰਕੇ, ਸਵਾਰ ਕੇ, ਸਜਾ ਕੇ ਪ੍ਰਭੂ ਜੀ ਦੇ ਘਰ ਤੱਕ ਪਹੁੰਚਾ ਦਿੰਦਾ ਹੈ। ਇਸੇ ਕਰਕੇ ਜਿਨ੍ਹਾਂ ਨੇ ਇਸ ਰਸ ਰੰਗ ਨੂੰ ਮਾਣਿਆ, ਫਿਰ ਉਹਨਾਂ ਜੋ ਕਿਹਾ, ਸ਼ਾਇਦ ਅਸੀਂ ਤੁਸੀਂ ਇੱਕ ਦੂਜੇ ਨੂੰ ਕਹਿ ਪਾਉਂਦੇ ਕਿ ਨਾ ਕਹਿ ਪਾਉਂਦੇ, ਸਮਝ ਪਾਉਂਦੇ ਕਿ ਨਾ ਕਹਿ ਪਾਉਂਦੇ, ਮਹਾਰਾਜ ਨੇ ਉਸ ਬੋਲ ਨੂੰ ਆਪਣੇ ਰੰਗ ਢੰਗ ਸਾਨੂੰ ਤਾਂ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਗੁਰੂ ਹੈ ਜੋ ਵਿਛੜਿਆਂ ਨੂੰ ਪ੍ਰਭੂ ਜੀ ਨਾਲ ਮਿਲਾ ਦਿੰਦਾ। ਕਹਿਣ ਲੱਗੇ ਬਸ ਮੈਨੂੰ ਗੁਰੂ ਮਿਲਾ ਦਿਓ। ਚਾਹੀਦਾ ਤਾਂ ਪ੍ਰਮਾਤਮਾ ਹੀ ਹੈ, ਮਿਲਣਾ ਤਾਂ ਪ੍ਰਮਾਤਮਾ ਨਾਲ ਹੀ ਹੈ, ਪਰ ਮਿਲਾਏਗਾ ਗੁਰੂ ਹੀ। ਕਹਿਣ ਲੱਗੇ ਅੱਛਾ ਕਿੱਦਾਂ? ਕਹਿਣਗੇ ਸਤਿਗੁਰ ਮੇਲ ਹਰ ਨਾਮ ਸਮਾਣੀ ਜੁਗਤ ਹੈ। ਕਿਰਪਾ ਤਾਂ ਕਰਤੇ ਦੀ ਹੁੰਦੀ ਹੈ, ਪਰ ਕਰਤਾ ਵਾਹਿਗੁਰੂ ਜੀ ਹੀ ਕਿਰਪਾ ਕਰਕੇ ਪਹਿਲਾਂ ਗੁਰੂ ਮਿਲਾਉਂਦੇ ਨੇ। ਗੁਰੂ ਸਾਡੇ ਅਵਗੁਣਾਂ ਨੂੰ ਮਿਟਾਉਂਦੇ ਨੇ, ਸਾਨੂੰ ਸ਼ੁੱਧ ਕਰਦੇ ਨੇ। ਜਿਵੇਂ ਅਸੀਂ ਕਦੇ ਕਦੇ ਕਹਿੰਦੇ ਅਨਕ ਬੀਂਗ ਦਾਸ ਕੇ ਪਰ ਹਰਿਆ। ਗੁਰੂ ਆਪਣੇ ਸਿੱਖ ਦੇ ਵਿਕਾਰ ਮਿਟਾਉਂਦੇ ਨੇ, ਗੁਰੂ ਆਪਣੇ ਸਿੱਖ ਨੂੰ ਸਿੱਖਿਆ ਦਿੰਦੇ ਨੇ, ਸਿੱਖ ਆਪਣੇ ਗੁਰੂ ਦੀ ਸਿੱਖਿਆ 'ਤੇ ਪਹਿਰਾ ਦਿੰਦੇ ਨੇ, ਤਦ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਨੇ। ਅਤੇ ਜਿਹੜੇ ਜੀ ਆਪਣੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਉਹਨਾਂ ਨੂੰ ਗੁਰੂ ਅਗਾਂਹ ਤੋਰ ਦਿੰਦੇ ਨੇ। ਅੱਜ ਜਿਵੇਂ ਵਿਦਿਆਲੇ 'ਚ ਬੱਚੇ ਪੜ੍ਹਦੇ ਨੇ, ਜਿਹੜਾ ਬੱਚਾ ਸਾਲ ਪਰ ਪੜ੍ਹਦਾ ਆਪਣੇ ਗੁਰੂ ਅਧਿਆਪਕ ਦੀ ਸਿੱਖਿਆ ਦੇ ਮੁਤਾਬਕ ਹੁੰਦਾ ਹੈ, ਇਮਤਿਹਾਨ ਲੈਂਦਾ ਅਤੇ ਫਿਰ ਅਗਲੀ ਜਮਾਤੇ ਤੋਰ ਦਿੰਦਾ, ਤੂੰ ਜਾ ਅੱਗੇ ਚਲਾ ਜਾ। ਆਪ ਉੱਥੇ ਫਿਰ ਦੂਜੇ ਬੱਚੇ ਤਿਆਰ ਕਰਨ ਲੱਗ ਪੈਂਦਾ। ਇਸੇ ਤਰ੍ਹਾਂ ਗੁਰੂ ਸੰਸਾਰ ਦੇ ਜੀਆਂ 'ਚੋਂ ਚੁਣਦੇ ਨੇ। ਕਿਰਪਾ ਪ੍ਰਮਾਤਮਾ ਦੀ ਹੁੰਦੀ, ਚੁਣੇ ਜਾਂਦੇ ਉਹ ਗੁਰੂ ਸੰਗਤ ਵਿੱਚ ਆਉਂਦੇ ਨੇ। ਗੁਰੂ ਸੰਗਤ ਵਿੱਚ ਆ ਕੇ ਜਿਹੜੇ ਆਪਣੇ ਗੁਰੂ ਦੀ ਸਿੱਖਿਆ 'ਤੇ ਪਹਿਰਾ ਦੇਣ ਲੱਗ ਪੈਂਦੇ ਨੇ, ਗੁਰੂ ਕੀ ਸਿੱਖਿਆ ਦੇ ਸਦਕੇ ਵਿਕਾਰਾਂ ਨੂੰ ਤਿਆਗਣ ਲੱਗ ਪੈਂਦੇ ਨੇ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨ ਲੱਗ ਪੈਂਦੇ ਨੇ। ਹੌਲੀ ਹੌਲੀ ਗੁਰੂ ਦੀ ਨਜ਼ਰ ਦੇ ਪਾਤਰ ਬਣਦੇ ਨੇ, ਗੁਰੂ ਨਿਹਾਲ ਕਰ ਦਿੰਦੇ ਨੇ ਅਤੇ ਫਿਰ ਗੁਰੂ ਅਗਾਂਹ ਤੋਰ ਦਿੰਦੇ ਨੇ। ਕਹਿਣ ਲੱਗੇ ਸਤਿਗੁਰ ਮੇਲ ਹਰ ਨਾਮ ਸਮਾਣੀ। ਇਹ ਜੁਗਤ ਹੈ, ਪਹਿਲਾਂ ਸਤਿਗੁਰ ਦਾ ਮੇਲਾਪ, ਸਤਿਗੁਰ ਦਾ ਮਿਲਾਪ ਤੋਂ ਬਾਅਦ 'ਚ ਵਾਹਿਗੁਰੂ ਜੀ ਦੇ ਨਾਮ 'ਚ ਸਮਾਈ। ਸਤਿਗੁਰ ਮੇਲ ਹਰ ਨਾਮ ਸਮਾਣੀ। ਅਤੇ ਜੁਗਤ ਕੀ ਹੈ? ਕਹਿਣ ਲੱਗੇ ਜਪ ਹਰ ਹਰ ਨਾਮ ਧਿਆਇਆ। ਉਹਦੇ ਵਾਸਤੇ ਜੁਗਤ 'ਤੇ ਕੋਈ ਜਪ ਕਰਨਾ ਪੈਣਾ। ਗੁਰੂ ਕੀ ਸਮਗਰ ਸਿੱਖਿਆ ਨੂੰ ਸਵੀਕਾਰ ਕਰਕੇ ਉੱਤੇ ਪਹਿਰਾ ਦੇਣ ਦਾ ਇੱਕੋ ਇੱਕ ਹੈ ਜਪ। ਜਿਵੇਂ ਬਾਜ਼ਾਰ ਦੇ ਸੰਸਾਰ ਸਕੂਲਾਂ ਚਾਹੀਦਾ ਹੈ, ਅਤੇ ਉੱਥੇ ਕੀ ਦਾ ਪੜ੍ਹ, ਬਸ ਇੱਕੋ ਕੰਮ ਹੈ ਨਾ, ਪੜ੍ਹਾਈ ਕਰੋ।
ਉਸ ਪੜ੍ਹਾਈ ਦੇ ਵਿੱਚ ਬਹੁਤ ਕੁਝ ਕਰਨਾ ਪੈਂਦਾ, ਲਿਖਣਾ ਵੀ ਪੈਂਦਾ, ਪੜ੍ਹਨਾ ਵੀ ਪੈਂਦਾ, ਬੋਲਣਾ ਵੀ ਪੈਂਦਾ, ਯਾਦ ਵੀ ਕਰਨਾ ਪੈਂਦਾ। ਆ ਬੱਚੇ ਨੂੰ ਗਰਾਊਂਡ 'ਚ ਭੱਜੇ ਫਿਰਦੇ ਦੇਖੀਦਾ, ਸਭ ਕੁਝ ਕੀ ਇਹ ਪੜ੍ਹਾਈ ਦਾ ਹੀ ਹਿੱਸਾ ਹੈ। ਬੱਚੇ ਗਰਾਊਂਡ 'ਚ ਪੀਟੀ ਕਰਦੇ ਨੇ, ਉਛਲ ਕੂਦ ਕਰ ਰਹੇ, ਸਾਨੂੰ ਲੱਗਦਾ ਨੱਠੇ ਭੱਜੇ ਫਿਰਦੇ ਨੇ, ਪਰ ਇਹ ਸਾਰਾ ਕੁਝ ਪੜ੍ਹਾਈ ਦਾ ਹੀ ਹਿੱਸਾ ਹੈ। ਇਸੇ ਤਰ੍ਹਾਂ ਪਾਠ ਕਰਨਾ, ਜਾਪ ਕਰਨਾ, ਚੰਗੇ ਕਰਮ ਕਰਨੇ, ਸੇਵਾ ਕਰਨੀ, ਸਿਮਰਨ ਕਰਨਾ, ਵਿਕਾਰਾਂ ਦਾ ਤਿਆਗ, ਬੁਰਾਈਆਂ ਦਾ ਤਿਆਗ, ਸਾਰਾ ਕੁਝ ਜਪ ਦਾ ਹੀ ਹਿੱਸਾ ਹੈ। ਇਹ ਸਾਰਾ ਕੁਝ ਜਪ ਹੀ ਹੈ। ਅਸੀਂ ਜਪ ਦਾ ਅਰਥ ਕਰ ਬੈਠੇ, ਬਸ ਜੀ ਵਾਹਿਗੁਰੂ ਵਾਹਿਗੁਰੂ ਕਰ ਲਿਆ, ਜਪ ਕਰ ਲਿਆ, ਬੜਾ ਹੋ ਗਿਆ। ਜਪ ਇੱਕ ਵਿਸ਼ਾਲਤਾ ਲੈ ਕੇ ਬੈਠਾ ਹੈ। ਜੋ ਕੁਝ ਵੀ ਗੁਰੂ ਦੇ ਆਦੇਸ਼ ਦੇ ਵਿੱਚ ਹੈ ਉਹ ਸਭ ਜਪ ਦੇ ਵਿੱਚ ਹੈ। ਇਸੇ ਕਰਕੇ ਕਦੇ ਜਪਜੀ ਸਾਨੂੰ ਪੜ੍ਹ ਕੇ ਤੇ ਦੇਖਣਾ, ਜਿਤਨਾ ਵਿਸ਼ਾਲ ਗਿਆਨ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਹ ਅੰਸ਼ਾਤਮਕ, ਉਹ ਸੂਤਰਾਤਮਕ ਸਾਰਾ ਜਪਜੀ ਸੱਚ ਮਿਲੇਗਾ। ਉਹਦਾ ਨਾਮ ਮਹਾਰਾਜ ਨੇ ਇਸ ਕਰਕੇ ਜਪ ਰੱਖ ਦਿੱਤਾ ਹੈ। ਜਪ ਹੈ ਭਾਈ, ਇਹ ਸੂਤਰ ਪੜ੍ਹ ਤੂੰ ਇਸ ਨੂੰ, ਪੜ੍ਹਾਈ ਕਰ। ਪੜ੍ਹਾਈ ਕਰਨ ਦੇ ਵਿੱਚ ਬਹੁਤ ਕੁਝ ਕਰਨਾ ਚ, ਵਰਦੀ ਵੀ ਪਾਉਣੀ ਪੈਣੀ ਆ, ਟਾਈਮ ਪਾਬੰਦ ਵੀ ਰਹਿਣਾ ਪੈਣਾ, ਸਭ ਕੁਝ ਕਰਨਾ ਪੈਣਾ। ਇਸੇ ਕਰਕੇ ਗੁਰਬਾਣੀ 'ਚ ਬਾਰ-ਬਾਰ ਜਪ, ਅਸੀਂ ਦਾ ਅਰਥ ਕਰ ਬੈਠੇ ਵੀ ਵਾਹਿਗੁਰੂ ਜਪ ਲੈ, ਬੜਾ ਹੈ। ਇੱਥੇ ਵਾਹਿਗੁਰੂ ਕਰ ਲਿਆ, ਘੰਟਾ ਅੱਧਾ ਘੰਟਾ ਢੋਲਕੀ ਵਜਾ ਲਈ, ਬਾਅਦ ਜੋੜੇ ਘਰ ਜਾ ਕੇ ਜੋ ਮਰਜ਼ੀ ਕਰੋ, ਅਸੀਂ ਜਾਪ ਕਰ ਲਿਆ ਜੀ। ਇੱਦਾਂ ਛੁਟਕਾਰੇ ਨਹੀਂ ਹੁੰਦੇ। ਇਹ ਜਪ ਜਿਹੜਾ ਹੈ ਨਾ, ਇਹ ਆਦਿ ਜੁਗਾਦ ਤੱਕ ਚੱਲੇਗਾ। ਸ਼ੁਰੂਆਤ ਤੋਂ ਲੈ ਕੇ ਸੰਪੂਰਨਤਾ ਸਾਨੂੰ ਹਰ ਵਕਤ ਇੱਕ ਸਿਸਟਮ ਦੇ ਵਿੱਚ ਰਹਿਣਾ ਪਏਗਾ, ਜਿਹਨੂੰ ਹੁਕਮ ਕਿਹਾ ਜਾਂਦਾ ਹੈ। ਹਰ ਵਕਤ ਇੱਕ ਡਿਸਿਪਲਿਨ ਦੇ ਵਿੱਚ ਰਹਿਣਾ ਪਵੇਗਾ। ਜੇ ਵਿਦਿਆਰਥੀ ਲਾਈਫ ਇੱਕ ਡਿਸਿਪਲਿਨ ਲਾਈਫ ਹੈ, ਇਸੇ ਤਰ੍ਹਾਂ ਸਿੱਖ ਦੀ ਲਾਈਫ ਇੱਕ ਡਿਸਿਪਲਿਨ ਦੀ ਲਾਈਫ ਹੈ। ਵਿਦਿਆਰਥੀ ਤੇ ਫਿਰ ਵੀ ਸਕੂਲ ਦੇ ਕੁਝ ਘੰਟੇ ਗਿਣੇ ਮਿਣੇ ਹੁੰਦੇ ਨੇ ਕਿ ਭਾਈ ਜਦੋਂ ਤੂੰ ਵਰਦੀ ਟਾਈ ਪਾ ਲਈ, ਸਕੂਲੇ ਆ ਗਿਆ, ਡਿਸਿਪਲਿਨ ਸ਼ੁਰੂ ਹੋ ਗਿਆ। ਘਰ ਜਾ ਕੇ ਆਜ਼ਾਦੀ ਹੁੰਦੀ। ਬੱਚੇ ਇਸੇ ਕਰਕੇ ਵੇਖਿਆ ਹੋਣਾ, ਬੱਚੇ ਘਰ ਜਾਂਦਿਆਂ ਸਕੂਲ ਦਾ ਬਸਤਾ ਕਿਤੇ ਵਗਾ ਕੇ ਮਾਰਿਆ, ਵਰਦੀ ਕਿਤੇ ਵਗਾ ਕੇ ਮਾਰੀ, ਮਾਂ ਚੁੱਕਦੀ ਫਿਰਦੀ ਰਹਿੰਦੀ, ਬੇਟਾ ਕੱਲ੍ਹ ਫਿਰ ਪਾਉਣੀ, ਪਰ ਉਹ ਛੁੱਟਦਾ, ਦੂਰ ਭੱਜਦਾ ਉੱਤੋਂ। ਉਹਦੇ ਵਾਸਤੇ ਵਰਦੀ ਬੋਝ ਹੈ, ਭਾਰ ਕਰਕੇ ਨਹੀਂ, ਮਾਨਸਿਕ ਬੋਝ ਹੈ। ਕਿਉਂਕਿ ਵਰਦੀ ਉਸ ਨੂੰ ਕਿਸੇ ਡਿਸਿਪਲਿਨ 'ਚ ਬੰਨ੍ਹ ਕੇ ਰੱਖਣ ਦਾ ਕਾਰਕ ਹੈ। ਇਸ ਕਰਕੇ ਬੱਚਾ ਜਾਂਦਿਆਂ ਸਭ ਤੋਂ ਪਹਿਲਾਂ ਵਰਦੀ ਸੁੱਟਦਾ ਹੈ। ਅਤੇ ਕਿਸੇ ਕਹੀਏ ਨਾ ਕਿ ਵਰਦੀ ਵਾਲੇ ਕੱਪੜੇ ਪਾ ਕੇ ਤੂੰ ਕਿਸੇ ਵਿਆਹ ਚਲਾ ਜਾ, ਕਦੇ ਨਹੀਂ ਜਾਏਗਾ, ਨਾ ਜਾਣਾ ਮਨਜ਼ੂਰ ਕਰੇਗਾ। ਪਰ ਸਕੂਲ ਵਾਲੀ ਵਰਦੀ ਪਾ ਕੇ ਬੱਚਾ ਕਿਸੇ ਵਿਆਹ ਪਾਰਟੀ 'ਚ ਨਹੀਂ ਜਾਏਗਾ, ਕਿਉਂਕਿ ਇਸ ਨੂੰ ਡਿਸਿਪਲਿਨ ਦਾ ਅਹਿਸਾਸ ਬਣਿਆ ਰਹਿੰਦਾ, ਉਸ ਨੂੰ ਕਿਸੇ ਨਾ ਕਿਸੇ ਪਾਬੰਦੀਆਂ ਦਾ ਅਹਿਸਾਸ ਰਹਿੰਦਾ। ਅਤੇ ਯਾਦ ਰੱਖਣਾ, ਗੁਰਸਿੱਖੀ ਤਾਂ ਹੈ ਹੀ ਹਰ ਵਕਤ ਅਹਿਸਾਸਾਂ ਦੇ ਪਾਬੰਦ। ਸਾਨੂੰ ਤਾਂ ਹਰ ਵਕਤ ਅਹਿਸਾਸ ਚਾਹੀਦਾ ਹੈ। ਆ ਸਿਆਣੇ ਕਹਿੰਦੇ ਨਾ, ਕੜਾ ਪਾਇਆ ਹੋਇਆ ਹਰ ਵਕਤ ਨੂੰ ਅਹਿਸਾਸ ਦਿਵਾਉਂਦਾ ਹੈ ਕਿ ਤੂੰ ਕਿਸੇ ਦਾ ਪਾਬੰਦ ਹੈ ਭਾਈ। ਤੇਰੇ ਦਸਤਾਰ, ਤੇਰੇ ਕੇਸ਼, ਤੇਰੇ ਪੱਗ, ਤੇਰੇ ਸੰਸਾਰ ਦਾ ਲਿਬਾਸ ਤੈਨੂੰ ਪਾਬੰਦ ਕਰਦਾ, ਤੂੰ ਪਾਬੰਦ ਹੈ ਕਿਸੇ ਦੇ ਹੁਕਮ ਦਾ। ਆ ਕਈ ਵਾਰ ਅਸੀਂ ਵਡੇਰਿਆਂ ਟੂਰਾਂ 'ਤੇ ਭਾਈ ਸਾਹਿਬ ਨਾਲ ਜਾਂਦੇ ਸਾਂ, ਸਾਨੂੰ ਕਹਿੰਦੇ ਸੀ ਬਾਜ਼ਾਰ ਚੱਲੇ ਹੋ ਤੁਸੀਂ, ਪੱਬ ਇਹ ਖਿਆਲ ਮਤ ਕਰਨਾ ਵੀ ਇਕੱਲੇ ਜਾ ਰਹੇ ਜੇ। ਅਤੇ ਕਈ ਵਾਰ ਕਹਿੰਦਾ ਨਹੀਂ ਅਸੀਂ ਇਕੱਲੇ ਜਾਓ ਨਹੀਂ, ਸਾਹਮਣੇ ਤਾਂ ਬਾਜ਼ਾਰ ਹੈ, ਦੁਕਾਨ ਹੈ, ਬਸ ਇਕੱਲੇ ਗਏ ਅਤੇ ਆਏ। ਅਤੇ ਜਦੋਂ ਬਿਠਾ ਲੈਣਾ, ਕੁੜਕਣਾ, ਅਸੀਂ ਇਕੱਲੇ ਨਹੀਂ ਜੇ। ਜਦੋਂ ਵੀ ਤੁਸੀਂ ਬਾਜ਼ਾਰ ਜਾਂਦੇ ਹਾਂ, ਸੰਸਾਰ 'ਚ ਘਰੋਂ ਬਾਹਰ ਨਿਕਲਦੇ ਹਾਂ, ਮਤ ਖਿਆਲ ਕਰਨਾ ਅਸੀਂ ਤੁਸੀਂ ਇਕੱਲੇ ਨਿਕਲਦੇ ਹਾਂ। ਫਿਰ ਸਮਝਾਉਣਾ, ਜਿੱਥੇ ਜਾਣਕਾਰ ਲੋਕ ਨੇ, ਤੁਹਾਡੇ ਮਾਪੇ ਤੁਹਾਡੇ ਨਾਲ ਤੁਰੇ ਜਾਂਦੇ ਨੇ, ਤੁਹਾਨੂੰ ਕੋਈ ਨਹੀਂ ਜਾਣਦਾ ਨਾ, ਤੁਸੀਂ ਕੋਈ ਗਲਤੀ ਭੁੱਲ ਕਰ ਬੈਠੇ ਤਾਂ ਲੋਕਾਂ ਕੀ ਕਹਿਣਾ ਹੈ, ਇਹ ਕੌਣ ਹੈ ਬੱਚਾ? ਕਹਿਣ ਲੱਗਾ ਫਲਾਣੇ ਦਾ ਧੀ ਪੁੱਤਰ ਹੈ। ਗਲਤੀ ਭੁੱਲ ਤੁਸੀਂ ਕੀਤੀ ਅਤੇ ਉਂਗਲੀ ਕਿਹਦੇ ਵੱਲ ਉੱਠੀ? ਤੁਹਾਡੇ ਮਾਤਾ ਪਿਤਾ ਵੱਲ। ਉਡਾਵਾਂ ਕਿਹਦੇ ਕੋਲ ਜਾਣਾ? ਮਾਤਾ ਪਿਤਾ ਕੋਲ, ਤੁਹਾਡੇ ਸਕੂਲ ਕੋਲ, ਤੁਹਾਡੇ ਵਿਦਿਆਲੇ ਕੋਲ। ਤੁਹਾਡੇ 'ਤੇ ਤੁਸੀਂ ਬਾਣਾ ਪਾ ਕੇ ਗੁਰੂ ਦਾ ਅਤੇ ਬਾਜ਼ਾਰ 'ਚ ਕਿਤੇ ਬਹਿ ਗਏ ਮਾੜੇ ਥਾਂ 'ਤੇ, ਅਤੇ ਲੋਕਾਂ ਕੀ ਕਹਿਣਾ, ਇਹ ਕੌਣ ਸੀਗਾ? ਸਿੱਧਾ ਹੀ ਨਾ ਜਾਣਾ, ਅਤੇ ਸਿੱਖ ਸੀ ਅਤੇ ਬਾਣਾ ਪਾਇਆ ਇਹਨੇ, ਬਾਣਾ ਪਾ ਕੇ ਇਹੋ ਜਿਹੇ ਕੰਮ ਕਰਦਾ, ਕਿਹਦੀ ਬਦਨਾਮੀ ਕਰਾਓਗੇ? ਤੁਹਾਨੂੰ ਕੌਣ ਜਾਣਦਾ? ਬਾਜ਼ਾਰ ਤੁਹਾਡੇ ਦੇ ਇਸ ਨਾਮ ਦੇ, ਇਸ ਵਜ਼ਨ ਦੇ, ਇਸ ਉਮਰ ਦੇ ਸੈਂਕੜੇ ਤੁਰੇ ਫਿਰਦੇ ਨੇ। ਪਰ ਚੇਤਾ ਰੱਖਣਾ, ਤੁਹਾਡੇ ਨਾਲ ਤੁਹਾਡਾ ਗੁਰੂ ਹੈ, ਤੁਹਾਡੇ ਕਰਕੇ ਤੁਹਾਡੇ ਗੁਰੂ ਦੀ ਬਦਨਾਮੀ ਹੈ, ਤੁਹਾਡੇ ਕਰਕੇ ਤੁਹਾਡੇ ਗੁਰੂ ਦੀ ਮਹਿਮਾ ਹੈ। ਅਸਾਂ ਤਾਂ ਅਹਿਸਾਸ ਹੋਣਾ ਚਾਹੀਦਾ ਹਰ ਵਕਤ ਪਾਬੰਦ ਹਾਂ, ਆਪਣੇ ਮਾਪਿਆਂ ਦੇ ਪਾਬੰਦ ਹਾਂ, ਆਪਣੇ ਗੁਰੂ ਦੇ ਪਾਬੰਦ ਹਾਂ, ਆਪਣੇ ਸਮਾਜ ਦੇ ਪਾਬੰਦ ਹਾਂ, ਆਪਣੇ ਦੇਸ਼ ਕੌਮ ਦੇ ਪਾਬੰਦ ਹਾਂ। ਸਿੱਖ ਦਾ ਜੀਵਨ 'ਤੇ ਪਾਬੰਦੀਆਂ ਹੈ। ਹਰ ਵਕਤ ਅਹਿਸਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਕੌਣ ਹੋ, ਤੁਸੀਂ ਕਿੱਥੇ ਹੋ, ਤੁਸੀਂ ਕੀ ਕਰ ਰਹੇ ਹੋ।
ਤੁਸੀਂ ਹਰ ਕਦਮ ਇੱਕ ਸਿੱਖ ਵਾਂਗ ਪੁੱਟਦੇ ਹੋ। ਤੁਹਾਡਾ ਹਰ ਬੋਲ ਕੀ ਇੱਕ ਸਿੱਖ ਵਾਂਗ ਬੋਲਿਆ ਜਾਂਦਾ ਹੈ, ਤੁਹਾਡਾ ਹਰ ਕਰਮ ਕੀ ਸਿੱਖ ਵਾਂਗ ਹੋ ਰਿਹਾ ਹੈ। ਇਹਨਾਂ ਕੁ ਖਿਆਲ ਰੱਖ ਲਿਆ ਅਤੇ ਸਾਨੂੰ ਹੋਰ ਕਿਸੇ ਵੱਖਰੇ ਗਿਆਨ ਅਤੇ ਵੱਖਰੇ ਧਿਆਨ ਦੀ ਜ਼ਰੂਰਤ ਹੀ ਨਹੀਂ। ਧਿਆਨ ਧਰਨਾ ਇਸੇ ਦਾ। ਇਸ ਕਰਕੇ ਕਹਿਣ ਲੱਗੇ ਜਪ, ਤਾਂ ਹੀ ਸਾਨੂੰ ਕਹਿੰਦਾ ਉੱਠਤ ਬੈਠਤ ਸੋਵਤ ਧਿਆਈਆ ਹੈ, ਮਾਰਗ ਚਲਤ ਹਰੇ ਹਰ ਗਾਈਆ ਹੈ। ਹੋਰ ਕੋਈ ਵੱਖਰੇ ਜਾਪ ਵੱਖਰੇ ਨਹੀਂ। ਇਸ ਦਾ ਖਿਆਲ ਰੱਖਣਾ ਕਿ ਮੇਰਾ ਹਰ ਕਦਮ ਗੁਰੂ ਕੇ ਮੁਤਾਬਕ ਹੋਵੇ, ਮੇਰਾ ਹਰ ਬੋਲ ਗੁਰੂ ਕੇ ਮੁਤਾਬਕ। ਮੈਂ ਜਿੱਥੇ ਵੀ ਕਿਤੇ ਬੈਠਾ ਗੁਰੂ ਮੇਰੇ ਨਾਲ। ਅਤੇ ਸਾਨੂੰ ਵਿਸ਼ਵਾਸ ਵੀ ਰੱਖਣਾ ਗੁਰੂ ਮੇਰੀ ਸੰਗ ਸਦਾ ਹੈ ਨਾਲੇ। ਅਤੇ ਜੇ ਅਹਿਸਾਸ ਹੋ ਗਿਆ, ਵਿਸ਼ਵਾਸ ਹੋ ਗਿਆ, ਅਤੇ ਫਿਰ ਯਕੀਨ ਜਾਣਨਾ ਫਿਰ ਗੁਰੂ ਕਿਤੇ ਪਿੱਠ ਵੀ ਨਹੀਂ ਲੱਗਣ ਦੇਣਗੇ। ਹੁਣੇ ਰੋਜ਼ਾਨਾ ਪੜ੍ਹਾਇਆ ਜਾਂਦਾ ਨਾ, ਪ੍ਰਹਲਾਦ ਦੀ ਰੱਖਿਆ ਕੀਤੀ, ਕਿਉਂਕਿ ਪ੍ਰਹਲਾਦ ਆਪਣੇ ਗੁਰੂ ਦੇ ਬਚਨ 'ਤੇ ਟਿਕਿਆ। ਪ੍ਰਹਲਾਦ ਜੀ ਸੰਧਿਆ ਤਰਪਣ ਗਾਇਤਰੀ ਤਾਂ ਨਹੀਂ ਪੜ੍ਹਦੇ ਨਾ, 5 ਸਾਲ ਦੇ ਬਾਲਕ ਨੇ। ਬਚਨ ਵੀ ਹੈ ਸੰਧਿਆ ਦੈਂਤ ਪੁੱਤਰ ਸੰਧਿਆ ਤਰਪਣ ਗਾਇਤਰੀ ਕਛੂ ਨਾ ਜਾਣਾ। 5 ਸਾਲ ਦਾ ਬੱਚਾ ਨਾ ਯੱਗ ਕਰ ਪਾ ਰਿਹਾ ਹੈ, ਨਾ ਬਹੁਤੇ ਤਰਪਣ ਕਰ ਪਾ ਰਿਹਾ ਹੈ, ਨਾ ਗਾਇਤਰੀ ਦਾ ਪਾਠ ਕਰ ਪਾ ਰਿਹਾ ਹੈ। ਪਰ ਕੀ ਕਰ ਰਿਹਾ? ਸਿਰਫ ਇੱਕ ਥਾਂ 'ਤੇ ਰੁਕਿਆ ਹੈ, ਮੇਰਾ ਗੁਰੂ ਜੋ ਕਹਿ ਰਿਹਾ ਨਾ ਸੱਤ ਕਹਿ ਰਿਹਾ। ਬਸ ਅਸੀਂ ਇੱਥੇ ਪਹੁੰਚ ਜਾਈਏ, ਜੋ ਗੁਰੂ ਕਾ ਹੁਕਮ ਹੈ ਇਹੀ ਸੱਤ ਹੈ। ਸਾਨੂੰ ਲਮੇਰੀ ਬਾਣੀ ਕੰਠ ਹੈ ਜਾਂ ਨਹੀਂ ਹੈ ਕੋਈ ਬਹੁਤਾ ਫਰਕ ਨਹੀਂ ਪੈਂਦਾ। ਅਸੀਂ ਤਾਂ ਨਿੱਕੇ ਨਿੱਕੇ ਪ੍ਰਾਇਮਰੀ ਸੈਕਸ਼ਨ ਦੇ ਕਰਨ 'ਚ ਉਲਝ ਕੇ ਰਹਿ ਗਏ। ਤੈਨੂੰ ਕਿੰਨੀ ਹੈ ਬਾਣੀ ਯਾਦ, ਮਾਤਰਾ ਕਿਹੜੀ, ਪੰਗ ਕਿਹੜਾ, ਅਸੀਂ ਪੁੱਛੀ ਜਾਣੇ ਕਿਹੜੇ ਅੰਕ 'ਤੇ ਲਿਖਿਆ। ਅਤੇ ਸਭ ਕੁਝ ਡਿਵਾਈਸ ਵਿੱਚ ਹੈ, 2 ਨੰਬਰ ਯਾਦ ਕਰੋ ਤਾਂ ਸਭ ਕੁਝ ਨਿਕਲ ਆਉਂਦਾ ਹੈ। ਚੇਤਾ ਰੱਖਣਾ ਤੂੰ ਸਿੱਖ ਹੈ, ਇਹ ਬਹੁਤ ਵੱਡੀ ਗੱਲ ਹੈ। ਤੇਰੇ ਬੋਲ ਸਿੱਖ ਵਰਗੇ ਹੋਣੇ ਚਾਹੀਦੇ। ਮਹਾਰਾਜ ਕਹਿੰਦੇ ਕਿ ਸਭ ਜਪ ਹਰ ਹਰ ਨਾਮ 'ਤੇ ਆਇਆ। ਇਹਦੇ ਵਾਸਤੇ ਧਿਆਨ ਦਾ ਮਤਲਬ ਹੈ ਚੇਤਾ ਰੱਖਣਾ, ਮੈਂ ਸਿੱਖ ਹਾਂ, ਮੈਂ ਗੁਰੂ ਕਾ ਸਿੱਖ ਹਾਂ। ਅਤੇ ਬਸ ਮੈਂ ਗੁਰੂ ਕਾ ਸਿੱਖ ਹਾਂ, ਇੰਨਾ ਧਿਆਨ ਹੀ ਤੇਰੇ ਵਾਸਤੇ ਕਾਫੀ ਹੈ। ਫਿਰ ਮਹਾਰਾਜ ਕਹਿਣ ਲੱਗੇ ਪਰ ਜਿਨ੍ਹਾਂ ਨੇ ਇਹ ਨਹੀਂ ਕੀਤਾ, ਜਿਸ ਮੁਕਾਮ ਤੱਕ ਨਹੀਂ ਪਹੁੰਚੇ, ਜਿਸ ਕਾਰਨ ਹਾਂ ਢੂੰਡ ਢੂੰਡੇਂਦੀ, ਅਤੇ ਜਦੋਂ ਇਹ ਧਿਆਨ ਆ ਗਿਆ ਨਾ ਮੈਂ ਸਿੱਖ ਹਾਂ, ਮੈਂ ਗੁਰੂ ਕਾ ਸਿੱਖ ਹਾਂ। ਇਸ ਤੋਂ ਪਹਿਲਾਂ ਜਿਨ੍ਹਾਂ ਚੀਜ਼ਾਂ ਨੂੰ ਅਤੇ ਜਿਨ੍ਹਾਂ ਵਸਤੂ ਨੂੰ ਤਲਾਸ਼ ਕਰ ਰਹੇ ਸਾਂ, ਸੋ ਸੱਜਣ ਜਿਸ ਗੁਰੂ ਦੀ ਤਲਾਸ਼ ਵਾਸਤੇ, ਜਿਸ ਕਰਤਾ ਪੁਰਖ ਵਾਹਿਗੁਰੂ ਦੀ ਤਲਾਸ਼ ਵਾਸਤੇ ਦੁਨੀਆ ਕਮਲੀ ਹੋਈ ਪਈ ਹੈ, ਬਸ ਇਤਨਾ ਖਿਆਲ ਆ ਜਾਏ ਨਾ ਤੂੰ ਸਿੱਖ ਹੈ, ਅਤੇ ਵੇਖੇਂਗਾ ਗੁਰੂ ਤੇਰੇ ਨਾਲ ਹੈ। ਇੱਕ ਬਚਨ ਪਹਿਲਾਂ ਵੀ ਸੁਣਿਆ ਨਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਬੱਚੇ ਚਾਹ ਰੱਖਣਾ ਗੁਰੂ ਕਿਹਦੇ ਸੰਗ ਹੁੰਦਾ ਹੈ। ਆਪਾਂ ਇੱਕ ਬਚਨ ਨਿਤਨੇਮੀਆਂ ਪੜ੍ਹਿਆ ਹੋਣਾ ਹੈ, ਸਦਾ ਅੰਗ ਸੰਗੇ। ਆ ਨਿਤਨੇਮੀ ਜਾਪ ਕਰਦੇ ਨਾ, ਸਦਾ ਅੰਗ ਸੰਗੇ। ਸੰਗ ਪਤਾ ਕਿਹਦੇ ਹੁੰਦਾ ਹੈ? ਅੰਗ ਦੇ ਸੰਗ ਹੁੰਦਾ ਹੈ। ਸ਼ਬਦ ਸਾਡਾ ਅੰਗ ਸੰਗ ਹੈ। ਜਿਵੇਂ ਸਮਝਣ ਵਾਸਤੇ ਫਿਲਾਸਫੀ 'ਚ ਅਸੀਂ ਸਮਝਾਉਂਦੇ ਹਾਂ ਕਿ ਮੇਰਾ ਹੱਥ ਮੇਰਾ ਅੰਗ ਹੈ। ਇੱਦਾਂ ਹੀ ਹੈ ਨਾ, ਛੋਟਾ ਜਿਹਾ ਨਿੱਕਾ ਜਿਹਾ ਉਦਾਹਰਣ ਹੈ ਕਿ ਮੇਰਾ ਹੱਥ, ਮੇਰੇ ਹੱਥ ਦੀਆਂ ਉਂਗਲੀਆਂ ਇਹ ਮੇਰੇ ਸਰੀਰ ਦਾ ਮੇਰਾ ਅੰਗ ਹੈ। ਅਤੇ ਜੇ ਮੇਰਾ ਅੰਗ ਹੈ ਤਾਂ ਮੈਂ ਸੰਗ ਹਾਂ, ਇਹ ਮੇਰੇ ਸੰਗ ਹੈ। ਅਤੇ ਜਦੋਂ ਇਹ ਹੱਥ ਮੇਰੇ ਸਰੀਰ ਦਾ ਅੰਗ ਨਾ ਰਿਹਾ, ਸਰੀਰ ਦੇ ਸੰਗ ਨਾ ਰਿਹਾ, ਤਾਂ ਫਿਰ ਕੀ ਹੋਵੇਗਾ? ਖਤਮ। ਇਹ ਜਿੰਨਾ ਚਿਰ ਮੇਰੇ ਸਰੀਰ ਦਾ ਅੰਗ ਮੇਰਾ ਅੰਗ ਹੈ ਅਤੇ ਮੈਂ ਇਹਦੇ ਸੰਗ ਹਾਂ। ਅਤੇ ਜਿਵੇਂ ਜਿੰਨਾ ਚਿਰ ਅਸੀਂ ਗੁਰੂ ਦਾ ਅੰਗ ਬਣੇ ਰਹਾਂਗੇ, ਗੁਰੂ ਸੰਗ ਬਣੇ ਰਹਿਣਗੇ। ਜਦੋਂ ਅਸੀਂ ਅੰਗ ਟੁੱਟ ਜਾਏਗਾ, ਅੰਗ ਭੱਜ ਜਾਏਗਾ, ਅੰਗ ਕੱਟ ਜਾਏਗਾ, ਉਹ ਸੰਗ ਦੇ ਸੰਗ ਥੋੜ੍ਹਾ ਹੋਈਦਾ। ਜੋ ਅੰਗ ਕੱਟ ਗਿਆ, ਕੱਟ ਗਿਆ। ਜਿਹੜਾ ਅੰਗ ਸੰਗ ਹੈ ਉਹ ਦੇਸੀ ਸੰਗ ਆ। ਚੇਤਾ ਰੱਖਣਾ ਗੁਰੂ ਮੇਰੇ ਸੰਗ ਹੈ, ਪਰ ਕੀ ਮੈਂ ਗੁਰੂ ਕਾ ਅੰਗ ਹਾਂ? ਕੀ ਮੈਂ ਗੁਰੂ ਨਾਲ ਜੁੜਿਆ ਹੋਇਆ? ਅਤੇ ਜੁੜੇ ਰਹਿਣ ਵਾਸਤੇ ਇੱਕੋ ਜੁਗਤ ਜੇ ਚੇਤਾ। ਸੰਸਾਰ 'ਚ ਸਰੀਰਕ ਤੌਰ 'ਤੇ ਜੁੜਾਵ ਕੋਈ ਨਹੀਂ ਹੁੰਦਾ। ਜੁੜੇ ਰਹਿਣ ਦੀ ਇੱਕੋ ਇੱਕ ਜੁਗਤ ਹੈ ਚੇਤਾ। ਕੀ ਯਾਦ ਹੈ, ਕੀ ਚੇਤਾ ਹੈ। ਅਸੀਂ ਪਰਿਵਾਰ ਨਾਲ ਜੁੜੇ ਰਹੇ ਨੇ, ਦੇਸ਼ਾਂ ਪ੍ਰਦੇਸ਼ਾਂ ਲੋਕ ਫਿਰਦੇ ਹਾਂ, ਜੁੜੇ ਰਹੇ ਨੇ ਪਰਿਵਾਰ ਨਾਲ। ਕਿਉਂ? ਚੇਤਾ ਪਰਿਵਾਰ ਦਾ ਹੁੰਦਾ। ਹਰ ਥਾਂ 'ਤੇ ਉਚਾਈਆਂ 'ਤੇ ਗਹਿਰਾਈਆਂ 'ਤੇ ਗਮੀਆਂ 'ਤੇ ਖੁਸ਼ੀਆਂ 'ਤੇ ਕਿਹਦਾ ਚੇਤਾ ਆਉਂਦਾ? ਆਪਣੇ ਪਰਿਵਾਰ ਦਾ, ਕਿਉਂਕਿ ਪਰਿਵਾਰ ਦਾ ਅੰਗ ਹਾਂ, ਪਰਿਵਾਰ ਨਾਲ ਜੁੜੇ ਹੋਏ ਹਾਂ। ਇਸੇ ਤਰ੍ਹਾਂ ਸਾਨੂੰ ਚੇਤਾ ਕਿਹਦਾ ਆਉਂਦਾ? ਮਾਂ ਦਾ ਦੁੱਖ ਪੈਂਦਾ ਅਤੇ ਕੀ ਹਾਏ ਮਾਂ ਨਿਕਲਦਾ ਨਾ ਮੁੱਖੋਂ। ਕਿਉਂਕਿ ਭਾਵੇਂ 1000 ਮੀਲ ਦੂਰ ਬੈਠੇ ਹਾਂ, ਉਮਰ ਕਰਕੇ, ਸਰੀਰ ਕਰਕੇ, ਮਾਂ ਭਾਵੇਂ ਇਸ ਦੁਨੀਆ 'ਚ ਹੈਗੀ ਕਿ ਭਾਵੇਂ ਨਹੀਂ ਹੈਗੀ, ਪਰ ਫਿਰ ਵੀ ਅਸੀਂ ਉਹਦਾ ਅੰਗ ਹਾਂ। ਇਸੇ ਕਰਕੇ ਚੇਤੇ 'ਚ ਆਉਂਦੀ ਹੈ। ਪਰ ਜੇ ਇਸੇ ਤਰ੍ਹਾਂ ਕਿਤੇ ਗੁਰੂ ਕਾ ਅੰਗ ਬਣ ਗਏ ਤੇ ਗੁਰੂ ਚੇਤੇ 'ਚ ਆ ਜਾਏਗਾ। ਦੇਖਣ ਨੂੰ ਕੋਲ ਹੈ ਕਿ ਨਹੀਂ ਸਮਝ ਆਏਗਾ, ਪਰ ਸਮਝ ਆ ਗਈ ਨਾ
ते जिस कारण हाँ ढूंढ ढूंढेंदी सो सज्जन हर। वो वाहिगुरु सज्जन मिल गया, कित्थे मिल गया? घर पाया, घरे विच मिल गया। गुरु ने कीता, इस करके मैं गुरु की तलाश कर रही हाँ कि वो सज्जन हरी बाहर ढूंढन ते छूट परे। गुरु साहब ने कृपा की, मेरी तलाश बाहर दी मिटा देती, मेरी तलाश रोक देती। बाहर ढूंढन ते छूट परे, गुर घर ही माही दिखाया था। कहने लगे सो सज्जन हर घर पाया। वो सज्जन हरी घर दे विच ही प्राप्त कर लिया, किते बाहर जाण दी तलाश ही नहीं। इसे करके बड़ा प्यारा बचन है, ऊहां तौ जाइए, रब दी तलाश वास्ते ऊहां तौ जाइए, जाओ इहां ना होए। नहीं तो दुनिया के किसी भी धार्मिक स्थान पर चले जाओ, दुनिया के किसी भी धर्म के स्थान पर चले जाओ, तुहानूं दो चीज़ां हर जगह ते मिलणगियां, जह जाइए तह जल पाखान। जिथे जाओगे पाखान कहते हैं, पाषाण शब्द है हिंदी का, जिन्होंने आप पंजाबी पत्थर कहने आ। जिथे भी किते जाओगे पानी ते चट्टान पत्थर मिलेगी ना, वो किसी रूप च होणगे, पानी मिलेगा। हर धर्म के हर केंद्र ते हर थां ते तुहानूं पानी मिलेगा, पत्थर मिलेगा। इत्थे हर थां ते मिलेगा। तो यही देखण जाना तुसां नहीं, परमात्मा से जा रहे हो ना, परमात्मा उत्थे नहीं जी। उत्थे पत्थर है तो पानी है, परमात्मा तो इत्थे है, कित्थे? हिरदे दे घर विच। इत्थे असीं जिथे बैठे हैं ना, इस नादानी विच ना रही किसी वाहिगुरु जी नूं मिलण आए हैं, असीं गुरु की सिक्ख्या लैण आए हैं, गुरु की आसीस लैण लई बैठे हैं, गुरु का प्यार प्राप्त करने बैठे हैं, गुरु का उपदेश प्राप्त करने बैठे हैं, ताकि सानू पता लग सके कि वाहिगुरु जी मेरे अंदर है। गुरुदेव ये कहते हैं, घट घट मैं हर जू बसै। वो एक ओंकार है, हर थां ते है। बस असां ने इत्थों ज्ञान प्राप्त करना है, तो बाकी 23 घंटे असां इनू वरतना है, सावधान इस एहसास विच रहना। सो सज्जन हर घर पाया, इस एहसास विच रहना है कि उस सज्जन ते मेरे नाल है। किथे किथे जह जाइए तां सुहेले। जो सज्जन नाल तो फिर परवाह काहदी? परवाह तो तद तक जो तक कोई नाल ना होवे। कहने लगे फिर किस तरह देखिया जे? कहने लगे उहदे वास्ते फिर करना की पैंदा? एक दृष्टि, दृष्टि एकाग्र करनी। जिवें दो अखां की दृष्टि एक है ना, इस तरह फिर सारे जीत जो कुछ है एक दृष्टि, जिन्होंने कदे कदे एक नज़र। असें फलाना तो न्याय करने वाला सब नूं एक निगाह नाल देखदा है। एक निगाह नाल देखना मतलब नहीं कोई उम्र नहीं देख रहा, बच्चों की, छोटियां की, वड्डियां की, बजुर्ग नहीं, सब देखदा है, पर जानता है कि सारे बनतर एक ही दी ने। इन्होंने बनाने वाला एक दृष्ट हर एको जाता। इत्थे दृष्टि का मतलब केवल आ निगाह नज़र नहीं है, एक विचारना समझ आए, एक दृष्टिकोण बन गया। हुण सिख का एक दृष्टिकोण बन जाता है, सिख का एक नज़रिया बन जाता है। नज़रिया यह है कि एको जाता, एको है भाई, एको है साहिब मेरा, एको है। एक नज़रिया बन गया, कित्थे है? सारियां दे विच है। असीं जितने भी अलग अलग रूपां च, अलग अलग उम्रां च बैठे हैं, भाई असीं उसे करते की रचना हाँ, सानू उसे ने बनाया। तो सिख नूं एहसास है कि इसनूं सारे जितने जी जंत ने करते की रचना ने। तो उस एक नज़रिए के सदके हर आत्म राम पछाणे, उस आत्म राम नूं हर आत्मा दे विच वसे हुए अंश नूं पहचान लिया। इत्थे शरीरां नूं पहचानण की गल नहीं है। शरीर तो असीं 2 4 10 बंदियां तो वध नहीं पछाणदे, तो 2 4 सालां शरीर भुल भी जाता है। पर असां कित्थे पहुँचना? हम चिन्ही पातशाह, उन्हें शरीर थोड़ा पछाणे है, शरीर तो कोई होर होवेगा। हम चिन्ही पातशाह सांवले बरना, मैं तुहानूं पछाण लिया है, तुसीं मेरे सांवली हो। तो रूप सांवली उहदा थोड़ा सी, रूप ते पगड़ी किसी होर तरीके की बरनी सी, बोल बाणी किसी होर तरीके का सी। कहने लगे की होया? खूब तेरी पगड़ी, मीठे तेरे बोल, द्वारका नगरी काहे के मगोल। ठीक है तेरी पग बड़ी वधिया है, तेरे बोल भी डाढ़े चंगे लगते हैं, पर सच ये है द्वारका नगरी मगोल का कोई काम नहीं। मैं पछाण लिया तू आ रूप धारण करके जा रहा, मैं तेन पछाण लिया तू मेरा सांवलिया है, मेरा प्रभु है। सानू ही पता लगदे हर सिख दे अंदर गुरु, गुरसिखां अंदर सतगुरु वरत है।
ਸਭ ਆਤਮ ਰਾਮ ਪਛਾਣੀ, ਤੇ ਜੇਥੋਂ ਤੱਕ ਨਹੀਂ ਪਹੁੰਚ ਪਾਏ ਨਾ, ਤੇ ਹਾਂ ਗੁਰ ਬਿਨ ਖਰੀ ਨਿਬਾਣੀ। ਮੈਂ ਇੱਥੇ ਨਹੀਂ ਪਹੁੰਚ ਪਾਈ, ਹਾਂ ਮੇਰੀ ਜਿੰਦ ਇੱਥੇ ਨਹੀਂ ਪਹੁੰਚ ਪਾਈ, ਇਸ ਕਰਕੇ ਮੈਂ ਨਿਮਾਣੀ ਹਾਂ, ਨਿਤਾਣੀ ਹਾਂ। ਮੇਰੇ 'ਤੇ ਕਿਰਪਾ ਕਰੋ, ਮੈਨੂੰ ਅਦਾਤ ਮਿਲਾ ਦਿਓ, ਮੈਨੂੰ ਮੇਰਾ ਗੁਰੂ ਮਿਲਾ ਦਿਓ, ਤਾਂ ਕਿ ਮੈਨੂੰ ਵੀ ਬਖਸ਼ਿਸ਼ਾਂ ਪ੍ਰਾਪਤ ਹੋ ਸਕਣ। ਇਤਨੇ ਕੁ ਬਚਨ ਪ੍ਰਵਾਨ ਕਰਨਾ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦਿਆਂ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।